ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਬੈਠਕ। ਕੁਝ ਖੁੱਲ੍ਹ ਕੇ ਕਹਿ ਦਿਓ, ਆਵਾਜ਼ ਉੱਚੀ ਕਰਕੇ ਕਹਿ ਦਿਓ ਜਾਂ ਆਰਾਮ ਦੇ ਨਾਲ ਕਹਿ ਦਿਓ। ਗੱਲ ਇੱਦਾਂ ਕਹੋ ਕਿ ਅਗਲੇ ਨੂੰ ਸਮਝ ਆਵੇ। ਗੱਲ ਇੱਦਾਂ ਕਹੋ ਕਿ ਤੁਹਾਡਾ ਜਿਹੜਾ ਕੌਨਫੀਡੈਂਸ ਹੈ ਉਹ ਜ਼ਰੂਰ ਝਲਕੇ, ਕਿਉਂਕਿ ਜਿਸ ਦਿਨ ਸਾਡਾ ਕੌਨਫੀਡੈਂਸ ਡਗਮਗਾ ਗਿਆ ਉਦਣ ਬੰਦਾ ਨਾ ਅੰਦਰੋਂ ਅੰਦਰ ਹੀ ਹਿਲ ਜਾਂਦਾ। ਮੋਟੀਵੇਸ਼ਨ ਦੀ ਬੜੀ ਜ਼ਰੂਰਤ ਹੁੰਦੀ ਹੈ। ਜਦੋਂ ਸਾਨੂੰ ਕੋਈ ਮੁਸੀਬਤ ਆ ਜਾਂਦੀ ਹੈ, ਸਾਨੂੰ ਕੋਈ ਮੋਟੀਵੇਸ਼ਨ ਦੇਵੇ, ਅਸੀਂ ਬੜੇ ਹੀ ਆਪਣੇ ਆਪ ਨੂੰ ਵਧੀਆ ਫੀਲ ਕਰਦੇ ਹਾਂ। ਅਤੇ ਤੁਹਾਡੇ ਤੱਕ ਵੀ ਅੱਜ ਅਸੀਂ ਲੈ ਕੇ ਆਏ ਹਾਂ ਬਸ ਇੱਕ ਅਜਿਹੀ ਸ਼ਖਸੀਅਤ ਜੋ ਮੋਟੀਵੇਸ਼ਨਲ ਸਪੀਕਰ ਵੀ ਹਨ ਅਤੇ ਯੰਗੈਸਟ ਸਕਸੈਸਫੁਲ ਐਂਟਰਪ੍ਰੇਨਿਓਰ ਵੀ ਹਨ। ਕਿਉਂਕਿ ਬੰਦਾ ਜਿੱਦਾਂ ਜਿੱਦਾਂ ਵੱਡਾ ਹੁੰਦਾ ਉਹਨੂੰ ਲੱਗਦਾ ਕਿ ਹੁਣ ਮੈਂ ਕੀ ਕਰਾਂ, ਹਾਏ ਜੋਬ ਨਹੀਂ ਮਿਲਦੀ, ਆਹ ਹੋ ਗਿਆ। ਪਰ ਇਹਨਾਂ ਸਾਰੀਆਂ ਸਮੱਸਿਆ ਦਾ ਸਮਾਧਾਨ ਪੰਜਾਬ ਮੇਲ USA TV ਦੇ ਕੋਲ ਹੈ। ਆਓ ਤੁਹਾਨੂੰ ਮਿਲਾਉਂਦੀ ਹਾਂ ਅੱਜ ਦੇ ਗੈਸਟ ਦੇ ਨਾਲ। ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਚਰਨ ਕਮਲ ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਐਂਟਰਪ੍ਰੇਨਿਓਰਸ਼ਿਪ, ਇਸ ਨੂੰ ਪਹਿਲਾਂ ਵਿਸਥਾਰ ਦੇ ਵਿੱਚ ਦੱਸ ਦਿਓ। ਹਾਂਜੀ, ਥੈਂਕ ਯੂ ਸੋ ਮਚ। ਐਂਟਰਪ੍ਰੇਨਿਓਰ ਦਾ ਜਿਹੜਾ ਮਤਲਬ ਹੈ ਉਹ ਹੈ ਕਿ ਜੌਬਸ ਕ੍ਰੀਏਟਰਸ। ਓਕੇ, ਮਤਲਬ ਕਿ ਆਪਾਂ ਜੌਬਸ ਸੀਕਰ ਨਹੀਂ ਬਣਨਾ ਹੈ, ਜੌਬ ਕ੍ਰੀਏਟਰਸ ਬਣਨਾ ਹੈ। ਅੱਜ ਸਾਡੇ ਜਿਹੜਾ ਰੀਅਲ ਵਰਲਡ ਹੈ, ਅੱਜ ਦਾ ਜਿਹੜਾ ਟਾਈਮ ਹੈ, ਅੱਜ ਦਾ ਜਿਹੜਾ ਸਿਨੈਰੀਓ ਹੈ, ਇਹਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਐਂਟਰਪ੍ਰੇਨਿਓਰ ਚਾਹੀਦੇ ਨੇ ਤਾਂ ਕਿ ਬਹੁਤ ਜ਼ਿਆਦਾ ਜੌਬਸ ਕ੍ਰੀਏਟ ਹੋ ਸਕਣ। ਕਿਉਂਕਿ ਬਹੁਤ ਜ਼ਿਆਦਾ ਕ੍ਰਾਈਸਿਸ ਨੇ ਜੌਬਸ ਦੇ ਵਿੱਚ, ਲੋਕਾਂ ਦੀਆਂ ਜੌਬਸ ਚਲੇ ਗਈਆਂ ਨੇ ਜਾਂ ਸੈਲਰੀ ਕੱਟ ਹੋ ਗਈ ਹੈ ਜਾਂ ਬਹੁਤ ਜ਼ਿਆਦਾ ਸਟ੍ਰੈਸ ਨੇ ਯੂਥ। ਇਸ ਲਈ ਐਂਟਰਪ੍ਰੇਨਿਓਰਸ਼ਿਪ ਇੱਕ ਬਹੁਤ ਅਟਰੈਕਟਿਵ ਕਰੀਅਰ ਆਪਸ਼ਨ ਹੈ ਅੱਜ ਦੇ ਟਾਈਮ ਦੇ ਵਿੱਚ ਜੀ। ਔਰ ਇਹਦੇ ਨਾਲ ਕੀ ਹੈ ਕਿ ਆਪਾਂ ਨਾ ਕਿਸੇ ਕੰਟਰੀ ਦੇ ਉੱਪਰ ਨਾ ਕਿਸੇ ਬੌਸ ਦੇ ਉੱਪਰ ਆਪਾਂ ਹੁੰਦੇ ਹਾਂ, ਡਿਪੈਂਡ ਨਹੀਂ ਹੁੰਦੇ, ਆਪਾਂ ਸੈਲਫ ਮੇਡ ਮੈਨ ਬਣਦੇ ਹਾਂ। ਇਸ ਲਈ ਅੱਜ ਇਹ ਬਹੁਤ ਵਧੀਆ ਕਰੀਅਰ ਆਪਸ਼ਨ ਹੈ ਜੀ। ਐਂਟਰਪ੍ਰੇਨਿਓਰ ਜਿਹੜਾ ਹੈ ਇਹ ਬੇਸਿਕਲੀ ਇਹਦੇ ਵਿੱਚ ਆਪਾਂ ਜਿਹੜਾ ਹੈ ਆਪਾਂ ਪੈਸਿਵ ਇਨਕਮ ਕਹੀਦਾ ਹੈ। ਪੈਸਿਵ ਇਨਕਮ ਆਪਾਂ ਜਨਰੇਟ ਕਰ ਸਕਦੇ ਹਾਂ। ਪੈਸਿਵ ਇਨਕਮ ਔਰ ਐਕਟਿਵ ਇਨਕਮ ਦੇ ਵਿੱਚ ਫਰਕ ਕੀ ਹੈ ਕਿ ਐਕਟਿਵ ਇਨਕਮ ਉਹ ਹੁੰਦੀ ਹੈ ਜਦੋਂ ਆਪਾਂ ਜੌਬ ਕਰਦੇ ਹਾਂ, ਜਦੋਂ ਆਪਾਂ ਆਪਣਾ ਟਾਈਮ 8 ਘੰਟੇ ਡੇਲੀ ਦਿੰਦੇ ਹਾਂ ਔਰ ਸਾਨੂੰ ਸੈਲਰੀ ਮਿਲਦੀ ਹੈ ਜੀ। ਉਹ ਟੈਂਪਰੇਰੀ ਇਨਕਮ ਉਹਨੂੰ ਕਹਿੰਦੇ ਨੇ। ਜਦੋਂ ਅੱਜ ਕਿਸੇ ਦੀ ਜੌਬ ਚਲੀ ਗਈ ਹੈ ਲੇਕਿਨ ਉਹਨੂੰ ਹੁਣ ਸੈਲਰੀ ਨਹੀਂ ਮਿਲ ਰਹੀ ਹੈ। ਜਿਹੜੀ ਪੈਸਿਵ ਇਨਕਮ ਹੈ, ਕਿਉਂ ਬੈਨੀਫਿਟ ਹੈ ਸਾਨੂੰ ਐਂਟਰਪ੍ਰੇਨਿਓਰ ਬਣਨ ਲਈ? ਉਹਦਾ ਬੈਨੀਫਿਟ ਸਭ ਤੋਂ ਵੱਡਾ ਹੈ ਕਿ ਅਸੀਂ ਪੈਸਿਵ ਇਨਕਮ ਜਨਰੇਟ ਕਰਨਾ ਸ਼ੁਰੂ ਕਰ ਦਿੰਦੇ ਹਾਂ। ਮਤਲਬ ਕੁਛ ਟਾਈਮ ਅਸੀਂ ਕੰਮ ਕਰਦੇ ਹਾਂ, ਉਸ ਤੋਂ ਬਾਅਦ ਸਾਨੂੰ ਹਰ ਮਹੀਨੇ, ਹਰ ਸਾਲ ਔਰ ਲਾਈਫ ਲੌਂਗ ਤੱਕ ਜਿਹੜੀ ਇਨਕਮ ਹੈ ਉਹ ਸਾਨੂੰ ਮਿਲਦੀ ਹੈ। ਜੌਬ ਅਤੇ ਐਂਟਰਪ੍ਰੇਨਿਓਰਸ਼ਿਪ ਦੇ ਵਿੱਚ ਡਿਫਰੈਂਸ ਜੇ ਕ੍ਰੀਏਟ ਕਰਨਾ ਹੋਵੇ? ਮੇਨ ਡਿਫਰੈਂਸ ਇਹੀ ਹੈ ਕਿ ਉਹਦੇ ਵਿੱਚ ਆਪਾਂ ਐਕਟਿਵ ਇਨਕਮ ਜਨਰੇਟ ਕਰਦੇ ਹਾਂ। ਸਾਨੂੰ ਇੱਕ ਹੁੰਦਾ ਹੈ ਕਿ ਅਗਰ ਸਾਡੀ ਜੌਬ ਚਲੇ ਜਾਏਗੀ ਜੀ ਤੇ ਲੇਕਿਨ ਜਿਹੜਾ ਐਂਟਰਪ੍ਰੇਨਿਓਰਸ਼ਿਪ ਹੈ ਉਹਦੇ ਵਿੱਚ ਤੁਸੀਂ ਪੈਸਿਵ ਇਨਕਮ ਜਨਰੇਟ ਕਰਦੇ ਹੋ। ਉਹਦੇ ਨਾਲ ਇਹ ਬੈਨੀਫਿਟ ਹੈ ਕਿ ਤੁਸੀਂ ਲੌਂਗ ਲਾਈਫ ਜਿਹੜਾ ਇੱਕ ਵਾਰੀ ਕੰਮ ਕਰਦੇ ਹੋ ਉਸ ਤੋਂ ਬਾਅਦ ਚਾਹੇ ਤੁਸੀਂ ਕੰਮ ਕਰਦੇ ਹੋ ਚਾਹੇ ਨਹੀਂ ਕਰਦੇ ਹੋ, ਲੇਕਿਨ ਤੁਹਾਡੀ ਇਨਕਮ ਜਿਹੜੀ ਹੈ ਉਹ ਆਂਦੀ ਵੀ ਰਹਿੰਦੀ ਹੈ ਔਰ ਵੱਧਦੀ ਵੀ ਰਹਿੰਦੀ ਹੈ। ਓਕੇ, ਟਾਈਮ ਦੇ ਹਿਸਾਬ ਦੇ ਨਾਲ ਨਾ ਜੀਵਨ ਬਦਲਦਾ ਹੈ, ਜ਼ਿੰਦਗੀ ਬਦਲਦੀ ਹੈ, ਆਪਸ਼ਨ ਬਦਲਦੇ ਨੇ ਤੇ ਕਰੀਅਰ ਵੀ ਪਹਿਲਾਂ ਇੱਕ ਦੋ ਚੀਜ਼ਾਂ ਤੱਕ ਹੀ ਸੀਮਤ ਹੁੰਦੇ ਸੀ, ਫਿਰ ਇਹ ਵੀ ਜਿਹੜਾ ਹੈ ਬਹੁਤ ਜ਼ਿਆਦਾ ਫੀਲਡ ਹੈ, ਵੱਡਾ ਹੋ ਗਿਆ ਕਰੀਅਰਸ ਦਾ ਵੀ। ਇਸ ਟਾਈਮ ਦੇ ਲਈ ਬੈਸਟ ਕਰੀਅਰ ਆਪਸ਼ਨ ਕੀ ਹੈ? ਬੈਸਟ ਕਰੀਅਰ ਆਪਸ਼ਨ ਦੇਖੋ, ਸਭ ਤੋਂ ਇੰਪੋਰਟੈਂਟ ਕੀ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਹੈ ਆਪਾਂ ਨੂੰ ਕਿਸੇ ਤੇ ਡਿਪੈਂਡੈਂਸੀ ਨਹੀਂ ਹੋਣੀ ਚਾਹੀਦੀ ਹੈ। ਡਿਪੈਂਡੈਂਸੀ ਮਤਲਬ ਕੀ ਹੈ ਕਿ ਬਹੁਤ ਸਾਰੀਆਂ ਜੌਬਸ ਆਉਣਗੀਆਂ, ਅਸੀਂ ਵੇਟ ਨਹੀਂ ਕਰਨਾ ਹੈ ਜੀ। ਅੱਜ ਬਹੁਤ ਸਾਰੇ ਆਪਾਂ ਇੰਟਰਨੈਟ ਦੇ ਯੂਜ਼ਰ ਹਾਂ, ਬਹੁਤ ਸਾਰੀ ਇੰਟਰਨੈਟ ਦੇ ਉੱਪਰ ਓਪਰਚੁਨਿਟੀਜ਼ ਨੇ ਜੀ। ਲੇਕਿਨ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜੀ ਓਪਰਚੁਨਿਟੀਜ਼ ਨੇ ਉਹ ਅਸੀਂ ਆਪਣੀਆਂ ਅੱਖਾਂ ਦੇ ਨਾਲ ਨਹੀਂ, ਉਹ ਮਾਈਂਡ ਨਾਲ ਸਾਨੂੰ ਸੈੱਟ ਕਰਨੀਆਂ ਪੈਣਗੀਆਂ। ਫਾਰ ਐਗਜ਼ਾਮਪਲ ਕਿ ਸਾਨੂੰ ਜਿਹੜਾ ਆਪਣਾ ਮੋਡ ਚੇਂਜ ਕਰਨਾ ਪਏਗਾ। ਅੱਜ ਆਪਾਂ ਸਾਰੇ ਜਣੇ ਜਿਹੜੇ ਹੈ ਮੋਸਟਲੀ ਜਿਹੜਾ ਇਨਸਾਨ ਅੱਜ ਸਟਰਗਲ ਕਰ ਰਿਹਾ ਹੈ ਜਾਂ ਦੁਖੀ ਹੈ ਜਾਂ ਡਿਪਰੈਸ਼ਨ 'ਚ ਹੈ ਜੀ, ਉਹਦਾ ਰੀਜ਼ਨ ਇੱਕ ਹੈ ਕਿ ਉਹ ਇਮੋਸ਼ਨਲੀ ਜਿਹੜੀ ਉਹਦੀ ਹੈਲਥ ਹੈ ਉਹ ਵੀਕ ਹੈ। ਇਮੋਸ਼ਨਲੀ ਹੈਲਥ ਦਾ ਮਤਲਬ ਹੁੰਦਾ ਹੈ ਕਿ ਉਹ ਵਾਂਟਿੰਗ, ਉਹ ਚਾਹੁੰਦਾ ਹੈ ਜੀ। ਮਤਲਬ ਉਹ ਕਿਤੇ ਵੀ ਖੜਾ ਹੈ ਉਹਦਾ ਹੱਥ ਇਸ ਤਰ੍ਹਾਂ ਹੈ, ਉਹ ਮੰਗ ਰਿਹਾ ਹੈ ਜੀ। ਆਪਾਂ ਜਦੋਂ ਇਹਨੂੰ ਮੋਡ ਨੂੰ ਚੇਂਜ ਕਰ ਦਾਂਗੇ ਗਿਵਿੰਗ ਮੋਡ 'ਚ, ਫਾਰ ਐਗਜ਼ਾਮਪਲ ਕੀ ਹੈ, ਜਿੱਦਾਂ ਆਪਾਂ ਦੇਖਿਆ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਆਣੇ ਜਾਣੇ 'ਚ ਆਪਾਂ ਨੂੰ ਮੁਸ਼ਕਿਲ ਹੁੰਦੀ ਸੀ, ਲੇਕਿਨ ਹੁਣ ਓਲਾ ਕੈਬ ਇੱਦਾਂ ਦੀਆਂ ਐਪਸ ਬਣੀਆਂ ਜੀ। ਉਹਦੇ ਨਾਲ ਕੀ ਹੋਇਆ, ਅਸੀਂ ਈਜ਼ੀਲੀ ਮੂਵਮੈਂਟ ਟਰੈਵਲ ਕਰ ਸਕਦੇ ਹਾਂ ਜੀ। ਉਹਦੇ ਵਿੱਚ ਕੀ ਕੀਤਾ, ਵਾਂਟ ਨਹੀਂ, ਉਹਨਾਂ ਨੇ ਮੰਗਿਆ ਨਹੀਂ, ਉਹਨਾਂ ਨੇ ਦੇਖਿਆ ਕਿ ਜ਼ਰੂਰਤ ਕੀ ਹੈ ਦੁਨੀਆ ਦੇ ਵਿੱਚ, ਉਹ ਆਈਡੀਆਜ਼ ਉਹਨਾਂ ਨੂੰ ਉੱਥੋਂ ਮਿਲਿਆ ਜੀ। ਇੱਦਾਂ ਹੀ ਤੁਸੀਂ ਖਾਣਾ ਅੱਜ ਆਰਡਰ ਕਰਦੇ ਹੋ, ਟਾਈਮ ਨਹੀਂ ਹੈ ਬਣਾਉਣੇ ਦਾ, ਲੇਕਿਨ ਤੁਸੀਂ ਆਰਡਰ ਕਰਦੇ ਹੋ, ਆਪਣੇ ਘਰ ਆ ਜਾਂਦਾ ਹੈ ਜੀ। ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਉਦੋਂ ਹੀ ਦੇਖਣਗੀਆਂ ਜਦੋਂ ਅਸੀਂ ਓਪਨ ਮਾਈਂਡ ਦੇ ਨਾਲ ਦੇਖਾਂਗੇ ਜੀ।
ਔਰ ਜਦੋਂ ਸਿਰਫ ਸਾਡੀ ਜਿਹੜੀ ਸੋਚ ਹੈ ਉਹ ਉੱਥੇ ਤੱਕ ਨਹੀਂ ਰਹੇਗੀ ਕਿ ਅਸੀਂ ਸਾਨੂੰ ਕੋਈ ਮੈਨੇਜ ਕਰੇ ਜੀ। ਔਰ ਬਹੁਤ ਵੱਡਾ ਡਿਫਰੈਂਸ ਜਿਹੜਾ ਹੈ ਇੱਕ ਜੌਬ ਔਰ ਐਂਟਰਪ੍ਰੈਨਿਓਰ ਦੇ ਵਿੱਚ, ਜੌਬਸ ਦੇ ਵਿੱਚ ਸੋਚ ਕੀ ਹੈ ਕਿ ਅਸੀਂ 35-40 ਸਾਲ ਕੰਮ ਕਰਾਂਗੇ, ਫਿਰ ਸਾਨੂੰ ਪੈਨਸ਼ਨ ਲੱਗੇਗੀ, ਫਿਰ ਉਹ ਸਾਨੂੰ ਅੱਛਾ ਹੋਏਗਾ ਜੀ। ਲੇਕਿਨ ਐਂਟਰਪ੍ਰੈਨਿਓਰਸ਼ਿਪ ਦਾ ਮਤਲਬ ਕੀ ਹੈ ਕਿ ਜਿੰਨੇ ਪੈਸੇ ਸਾਨੂੰ ਲਾਈਫ 'ਚ ਜੀਣੇ ਲਈ ਚਾਹੀਦੇ ਨੇ ਸਾਡੀ ਫੈਮਿਲੀ ਨੂੰ, ਉਹ ਅਸੀਂ 5 ਸਾਲ 'ਚ ਹੀ ਕਮਾ ਲਈਦੇ ਨੇ, ਉਸ ਤੋਂ ਬਾਅਦ 50 ਸਾਲ ਅਸੀਂ ਇੰਜੋਏ ਕਰਦੇ ਹਾਂ। ਇਹ ਡਿਫਰੈਂਸ, ਮੇਨ ਡਿਫਰੈਂਸ ਹੈ ਕਿ ਅਸੀਂ ਸਾਰਾ ਜੀਵਨ ਪੈਸੇ ਕਮਾਣੇ ਲਈ ਨਹੀਂ, ਕਿਉਂਕਿ ਸਾਨੂੰ ਲਾਈਫ ਦੇ ਵਿੱਚ ਦੋ ਹੀ ਚੀਜ਼ਾਂ ਚਾਹੀਦੀਆਂ ਨੇ, ਇੱਕ ਹੈਪੀਨੈਸ ਚਾਹੀਦੀ ਹੈ ਔਰ ਦੂਸਰਾ ਕੰਫਰਟ ਚਾਹੀਦਾ ਹੈ। ਜਿਹੜਾ ਕੰਫਰਟ ਹੈ ਉਹ ਆਣਾ ਹੈ ਪੈਸੇ ਦੇ ਨਾਲ। ਸਪੋਜ਼ ਅੱਛੀ ਕਾਰ ਤੁਹਾਨੂੰ ਚਾਹੀਦੀ ਹੈ, ਅੱਛਾ ਘਰ ਚਾਹੀਦਾ ਹੈ ਜੀ, ਹਰ ਚੀਜ਼ ਜਿਹੜੀ ਹੈ, ਅੱਛਾ ਮੋਬਾਈਲ ਚਾਹੀਦਾ ਹੈ, ਉਹ ਸਾਰਾ ਕੰਫਰਟ ਹੈ ਜੀ। ਲੇਕਿਨ ਸਾਨੂੰ ਡਿਫਰੈਂਸ ਨਹੀਂ ਪਤਾ ਹੈ ਕਿ ਜਿਹੜਾ ਕੰਫਰਟ ਹੈ ਉਹ ਸਾਨੂੰ ਖੁਸ਼ੀ ਨਹੀਂ ਦੇ ਸਕਦਾ। ਉਹ ਕੰਫਰਟ ਪੈਸੇ ਨਾਲ ਜਿਹੜਾ ਆਣਾ ਹੈ, ਖੁਸ਼ੀ ਜਿਹੜੀ ਹੈ ਉਹ ਸਾਨੂੰ ਆਪਣੇ ਉੱਪਰ ਸੈਲਫ ਕੰਮ ਕਰਨਾ ਪਏਗਾ। ਉਹ ਇੱਕ ਡਿਫਰੈਂਟ ਕਨਸੈਪਟ ਹੈ। ਅੱਜ ਤੁਸੀਂ ਦੇਖਿਆ ਹੋਵੇਗਾ ਕਿ ਛੋਟੀ ਛੋਟੀ ਗੱਲਾਂ ਦੇ ਉੱਤੇ ਅੱਜ ਬਹੁਤ ਸਾਰਾ ਗੁੱਸਾ ਲੋਕਾਂ ਨੂੰ ਆ ਜਾਂਦਾ ਹੈ। ਉਹ ਸੋਚਦੇ ਕੁਝ ਹੋਰ ਨੇ, ਬੋਲਦੇ ਕੁਝ ਹੋਰ ਨੇ, ਕਹਿਣਾ ਕੁਝ ਹੋਰ ਚਾਹੁੰਦੇ ਨੇ, ਕਿਉਂਕਿ ਉਹਨਾਂ ਨੂੰ ਸੈਲਫ ਕੰਟਰੋਲ ਨਹੀਂ ਹੈ। ਜਿਸ ਤਰ੍ਹਾਂ ਸਾਡੀ ਬਾਡੀ ਹੈ, ਇਹ ਇੱਕ ਹਾਰਡਵੇਅਰ ਦੀ ਤਰ੍ਹਾਂ ਹੈ ਕੰਪਿਊਟਰ ਦੇ, ਔਰ ਜਿਹੜਾ ਸਾਡਾ ਮਾਈਂਡ ਹੈ ਉਹ ਇੱਕ ਸੌਫਟਵੇਅਰ ਹੈ ਜਿਹੜਾ ਇਸ ਬਾਡੀ ਨੂੰ ਚਲਾਉਂਦਾ ਹੈ। ਤੁਸੀਂ ਕੀ ਕਰਦੇ ਹੋ, ਤੁਸੀਂ ਕੀ ਬੋਲਦੇ ਹੋ, ਔਰ ਤੁਸੀਂ ਕੀ ਕਰੋਗੇ ਲਾਈਫ ਦੇ ਵਿੱਚ, ਉਹ ਡਿਪੈਂਡ ਕਰਦਾ ਹੈ ਤੁਹਾਡੀ ਸੋਚ ਕੀ ਹੈ। ਸੋਚ ਅਗਰ ਸਾਡੀ ਰਾਇਲ ਨਹੀਂ ਹੈ ਤੇ ਫਿਰ ਲਾਈਫ ਦੇ ਵਿੱਚ ਤੁਹਾਨੂੰ ਕੋਈ ਵੀ ਕੁਝ ਕਰਦੇ, ਕਿਉਂਕਿ ਜਿਹੜੀ ਬਾਡੀ ਹੈ, ਹਾਰਡਵੇਅਰ ਨੇ ਤਾਂ ਉਹੀ ਕੰਮ ਕਰਨਾ ਜਿਹੜੀ ਤੁਹਾਡੀ ਸੋਚ ਉਹਨੂੰ ਚਲਾਏਗੀ। ਪ੍ਰੋਗਰਾਮਿੰਗ ਜਿਹੜੀ ਹੈ ਉਹ ਸਾਨੂੰ ਚੇਂਜ ਕਰਨੀ ਪਏਗੀ। ਆਪਾਂ ਨੂੰ ਵਾਂਟਿੰਗ ਤੋਂ ਗਿਵਿੰਗ ਮੋਡ ਦੇ ਵਿੱਚ ਆਪਣੇ ਆਪ ਨੂੰ ਸ਼ਿਫਟ ਕਰਨਾ ਪਏਗਾ। ਜਦੋਂ ਤੁਸੀਂ ਦੇਣੇ ਵਾਲੇ ਬਣ ਜਾਓਗੇ, ਫॉर ਐਗਜ਼ਾਮਪਲ ਕਿ ਅੱਜ ਫੇਸਬੁੱਕ ਦੇ ਫਾਊਂਡਰ ਨੇ, ਉਹਨਾਂ ਨੇ 2004 ਦੇ ਵਿੱਚ ਇੱਕ ਰੂਮ ਦੇ ਵਿੱਚ ਆਪਣੇ ਹੋਸਟਲ ਯੂਨੀਵਰਸਿਟੀ ਦੇ ਵਿੱਚ ਬੈਠ ਕੇ ਉਹਨਾਂ ਨੇ ਸੋਚਿਆ ਕਿ ਬਹੁਤ ਸਾਰੀਆਂ ਵੈਬਸਾਈਟਸ ਨੇ ਦੁਨੀਆ ਦੇ ਅੰਦਰ, ਬੁੱਕਸ ਦੇ ਉੱਪਰ ਵੀ ਨੇ, ਨਿਊਜ਼ ਦੇ ਉੱਪਰ ਵੀ ਨੇ, ਇਨਫੋਰਮੇਸ਼ਨ ਦੇ ਉੱਪਰ ਵੀ ਨੇ, ਬਿਜ਼ਨਸ ਦੇ ਰਿਲੇਟਡ ਵੀ ਨੇ, ਲੇਕਿਨ ਲੋਕ ਜਿੱਥੇ ਮਿਲਣਗੇ ਉਹ ਕੋਈ ਵੈਬਸਾਈਟ ਨਹੀਂ ਹੈ ਜੀ। ਉਹਨਾਂ ਨੇ ਆਪਣੇ ਇੱਕ ਹੋਸਟਲ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਬੈਠ ਕੇ ਰੂਮ ਦੇ ਵਿੱਚ ਉਹਨਾਂ ਨੇ ਉਹ ਫਸਟ ਵਰਜ਼ਨ ਡਿਜ਼ਾਈਨ ਕੀਤਾ 2004 ਦੇ ਅੰਦਰ। ਔਰ ਉਸ ਤੋਂ ਬਾਅਦ ਜਿਹੜਾ ਥੋੜੇ ਟਾਈਮ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ 70% ਜਿਹੜੇ ਉਸ ਯੂਨੀਵਰਸਿਟੀ ਦੇ ਸਟੂਡੈਂਟ ਸੀਗੇ, ਉਹ ਸਾਈਟ ਨੂੰ ਡੇਲੀ ਵਿਜ਼ਿਟ ਕਰਨਾ ਉਹਨੇ ਸ਼ੁਰੂ ਕਰ ਦਿੱਤਾ, ਆਪਣੇ ਆਪਸ 'ਚ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਉਸ ਤੋਂ ਕੁਝ ਮਹੀਨਿਆਂ ਬਾਅਦ 30 ਸਕੂਲਾਂ ਨੇ ਉਹਨਾਂ ਨੂੰ ਈਮੇਲ ਕੀਤਾ ਕਿ ਸਾਨੂੰ ਵੀ ਤੁਸੀਂ ਆਪਣੇ ਨਾਲ ਕਨੈਕਟ ਕਰੋ। ਉਸ ਤੋਂ ਬਾਅਦ 30 ਸਕੂਲ ਹੋਰ ਉਹਨਾਂ ਨਾਲ ਜੁੜ ਗਏ। ਉਸ ਤੋਂ ਬਾਅਦ 3-4 ਸਾਲਾਂ ਦੇ ਵਿੱਚ ਉਹਨਾਂ ਨੇ ਹਰ ਬੰਦੇ ਲਈ ਓਪਨ ਕਰ ਦਿੱਤੀ ਉਹ। ਔਰ ਅੱਜ ਦੀ ਡੇਟ ਦੇ ਵਿੱਚ 2.7 ਬਿਲੀਅਨ ਲੋਕ ਡੇਲੀ ਉਹਨੂੰ ਯੂਜ਼ ਕਰਦੇ ਨੇ ਔਰ ਲੱਖਾਂ ਲੋਕਾਂ ਨੂੰ ਉਹਨਾਂ ਨੇ ਇੰਪਲੋਇਮੈਂਟ ਦਿੱਤਾ ਹੈ। ਔਰ ਅੱਜ ਲੱਖਾਂ ਲੋਕ ਉਹਨਾਂ ਦੇ ਜਿਹੜੇ ਐਪਸ ਨੇ, ਪ੍ਰੋਡਕਟਸ ਨੇ, ਉਹਦੇ ਉੱਤੇ ਉਹ ਆਪਣਾ ਕੰਮ ਕਰ ਰਹੇ ਨੇ। ਇੱਕ ਚੀਜ਼ ਆਉਂਦੀ ਹੈ ਕਿ ਸੋਚ ਹੈ ਨਾ, ਕਈ ਬੰਦਿਆਂ ਦੇ ਅੰਦਰ ਬਹੁਤ ਵਧੀਆ ਹੁੰਦੀ ਹੈ, ਉਹਨਾਂ ਦੇ ਅੰਦਰ ਵੱਖਰੇ ਵੱਖਰੇ ਆਈਡੀਆਜ਼ ਹੁੰਦੇ ਨੇ ਕਿ ਮੈਂ ਇਸ ਆਈਡੀਆ ਨੂੰ ਅੱਗੇ ਲੈ ਕੇ ਜਾਵਾਂ, ਮੈਂ ਆਹ ਕਰ ਸਕਦਾ ਹਾਂ। ਮਾਤ ਕਿੱਥੇ ਖਾ ਜਾਂਦੇ ਨੇ? ਕੌਨਫੀਡੈਂਸ ਦੇ ਵਿੱਚ। ਕੌਨਫੀਡੈਂਸ ਨੂੰ ਬਿਲਡ ਅਪ ਕਿਵੇਂ ਕਰ ਸਕਦੇ ਆ? ਕੌਨਫੀਡੈਂਸ ਨੂੰ ਬਿਲਡ ਅਪ ਕਰਨ ਦੇ ਲਈ ਦੇਖੋ, ਜਿੱਦਾਂ ਹੁਣ ਸਾਡੀ ਬਾਡੀ ਨੂੰ ਠੀਕ ਰੱਖਣ ਲਈ ਆਪਾਂ ਨੂੰ ਡਾਈਟ ਅੱਛੀ ਖਾਣੀ ਚਾਹੀਦੀ ਹੈ, ਠੀਕ ਹੈ ਨਾ, ਲੇਕਿਨ ਜਿਹੜਾ ਮਾਈਂਡ ਹੈ ਸਾਡਾ, ਜਿਹਨੇ ਸਾਰਾ ਦਿਨ ਕੰਮ ਕਰਨਾ ਹੈ, ਉਹਦੇ ਲਈ ਵੀ ਇੱਕ ਪੋਜ਼ਿਟਿਵ ਇਨਫੋਰਮੇਸ਼ਨ ਚਾਹੀਦੀ ਨੇ। ਮਤਲਬ ਤੁਸੀਂ ਕੀ ਦੇਖਦੇ ਹੋ, ਤੁਸੀਂ ਕੀ ਪੜ੍ਹਦੇ ਹੋ, ਤੁਸੀਂ ਕੀ ਸੁਣਦੇ ਹੋ, ਜੋ ਇਹ ਤਿੰਨੋਂ ਚੀਜ਼ਾਂ ਤੁਸੀਂ ਕਰਦੇ ਹੋ, ਉਹਦੇ ਨਾਲ ਸਾਡੀ ਸੋਚ ਬਣਦੀ ਹੈ। ਅਗਰ ਸਾਡੀ ਸੋਚ ਜਿਹੜੀ ਕੁਆਲਿਟੀ ਇਨਫੋਰਮੇਸ਼ਨ ਸਾਡੇ ਇਨਸਾਈਡ ਨਹੀਂ ਜਾਏਗੀ, ਅਸੀਂ ਸਾਰਾ ਦਿਨ ਜੋ ਦੁਨੀਆ ਦੇ ਵਿੱਚ ਹੋ ਰਿਹਾ ਹੈ ਸਾਨੂੰ ਪਤਾ ਹੀ ਨਹੀਂ ਹੈ। ਜੋ ਵੀ ਅਸੀਂ ਕੰਟੈਂਟ ਦੇਖਦੇ ਹਾਂ, ਕੋਈ ਵੀ ਆਪਾਂ ਨਿਊਜ਼ਪੇਪਰ ਵੀ ਪੜ੍ਹਨਾ ਹੈ, ਉਹਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਦੇ ਵਿੱਚ ਸਾਡੇ ਲਈ ਕੀ ਬੈਨੀਫੀਸ਼ੀਅਲ ਹੈ, ਔਰ ਅਸੀਂ 3rd ਪੇਜ ਤੋਂ ਵੀ ਸ਼ੁਰੂ ਕਰ ਸਕਦੇ ਹਾਂ। ਜ਼ਰੂਰੀ ਨਹੀਂ ਹੈ ਕਿ ਸਾਰੀ ਨੈਗੇਟਿਵ ਨਿਊਜ਼ ਵੀ ਅਸੀਂ ਪੜ੍ਹਨੀਆਂ ਨੇ। ਤੇ ਉਹ ਜਿਹੜੀ ਅਸੀਂ ਇਨਫੋਰਮੇਸ਼ਨ ਜਿਹੜੀ ਹੈ, ਉਹ ਮਿਕਸਚਰ ਜਿਹੜਾ ਸਾਡੇ ਅੰਦਰ ਜਾ ਰਿਹਾ ਹੈ, ਉਹਦੇ ਨਾਲ ਅਸੀਂ ਇੱਕ ਦੂਜੇ ਨੂੰ ਕਾਪੀ ਕਰ ਰਹੇ ਹਾਂ ਕਿ ਕੰਪੀਟੀਸ਼ਨ ਬਹੁਤ ਹੈ। ਕੁਝ ਨਹੀਂ ਹੈ ਦੁਨੀਆ ਦੇ ਅੰਦਰ। ਸਿਰਫ ਡਿਪੈਂਡ ਕਰਦਾ ਹੈ ਕਿ ਤੁਹਾਡੀ ਸੋਚ ਕਿੰਨੀ ਵੱਡੀ ਹੈ ਔਰ ਕਿੰਨਾ ਅੱਛਾ ਪੋਜ਼ਿਟਿਵ ਐਟੀਟਿਊਡ ਹੈ। ਤੁਸੀਂ ਕੁਝ ਵੀ ਕਰ ਸਕਦੇ ਹੋ। ਪੋਜ਼ਿਟਿਵ ਐਟੀਟਿਊਡ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ 10 ਲੋਕ ਮੋਟੀਵੇਸ਼ਨਲ ਟਾਕ ਕਰ ਰਹੇ ਨੇ ਜਾਂ ਪੋਜ਼ਿਟਿਵ ਗੱਲਾਂ ਕਰ ਰਹੇ ਹੋ, ਤੁਸੀਂ ਉੱਥੇ ਮੋਟੀਵੇਟ ਹੋ। ਮੋਟੀਵੇਸ਼ਨ ਔਰ ਪੋਜ਼ਿਟਿਵ ਐਟੀਟਿਊਡ ਦਾ ਮਤਲਬ ਹੈ ਕਿ ਜਿੱਥੇ 100 ਲੋਕ ਨੈਗੇਟਿਵ ਟਾਕ ਕਰ ਰਹੇ ਨੇ, ਤੁਸੀਂ ਫਿਰ ਵੀ ਉੱਥੇ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਰੱਖਿਆ ਹੈ, ਕਿਉਂਕਿ ਸਾਨੂੰ ਆਪਣੀ ਪਾਵਰ ਨਹੀਂ ਪਤਾ ਹੈ। ਸਾਨੂੰ ਦੇਖੋ 2 ਗਿਫਟ ਸਭ ਤੋਂ ਵਧੀਆ ਮਿਲੇ ਨੇ, ਇੱਕ ਮਾਈਂਡ ਮਿਲਿਆ ਹੈ, ਇੱਕ ਟਾਈਮ ਮਿਲਿਆ ਹੈ, ਲੇਕਿਨ ਆਪਾਂ ਉਹਦਾ ਯੂਜ਼ ਕਿਉਂ ਨਹੀਂ ਪ੍ਰੋਪਰ ਕਰ ਪਾਉਂਦੇ? ਕਿਉਂਕਿ ਇੱਕ ਸਿਮ ਕਾਰਡ ਹੈ, ਅਗਰ ਉਹ ਐਕਟੀਵੇਟ ਹੀ ਨਹੀਂ ਹੈ ਤੇ ਉਹਦੀ ਕੋਈ ਵੈਲਿਊ ਨਹੀਂ ਹੈ। ਲੇਕਿਨ ਜਿੱਦਣ ਉਹਨੂੰ ਐਕਟੀਵੇਟ ਕਰ ਦੋ,
ਉਸੇ ਸਿਮ ਦੇ ਉੱਪਰ ਤੁਹਾਨੂੰ ਨੈਸ਼ਨਲ ਕਾਲ ਵੀ ਆਏਗੀ, ਇੰਟਰਨੈਸ਼ਨਲ ਵੀ ਆਏਗੀ, ਔਰ ਤੁਸੀਂ ਵੀ ਕਰੋਗੇ। ਜੀ ਕਿਉਂਕਿ ਸਾਨੂੰ ਪਾਵਰ ਪਤਾ ਹੀ ਨਹੀਂ ਹੈ ਕਿ ਸਾਨੂੰ ਕੀ ਬਣਾਇਆ ਹੈ, ਤੁਸੀਂ ਕੀ ਦੁਨੀਆ 'ਚ ਕਰ ਸਕਦੇ ਹੋ। ਜੀ ਮੈਂ ਫੇਸਬੁੱਕ ਦੀ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ, ਉਹ ਇਸ ਲਈ ਦਿੱਤੀ ਹੈ ਕਿ ਐਂਟਰਪ੍ਰੇਨਿਓਰਸ਼ਿਪ ਦੇਖੋ ਕੀ ਕਰ ਸਕਦਾ ਹੈ, ਲੱਖਾਂ ਲੋਕਾਂ ਨੂੰ ਜੌਬਸ ਦੇ ਸਕਦਾ ਹੈ, ਜੀ ਲੋਕਾਂ ਨੂੰ ਬਿਜ਼ਨਸ ਦੇ ਸਕਦਾ ਹੈ, ਔਰ ਉਹਨਾਂ ਦੀ ਲਾਈਫ ਨੂੰ ਈਜ਼ੀ ਕਰ ਸਕਦਾ ਹੈ। ਜੀ ਇਸ ਕਰਕੇ ਅੱਜ ਦਾ ਜਿਹੜਾ ਟੂਡੇ ਸਿਨੈਰੀਓ ਹੈ ਉਹਦੇ ਵਿੱਚ ਆਪਾਂ ਨੂੰ ਬਹੁਤ ਸਾਰੇ ਐਂਟਰਪ੍ਰੇਨਿਓਰ ਚਾਹੀਦੇ ਨੇ, ਜੀ ਤਾਂ ਕਿ ਆਪਾਂ ਪੂਰੇ ਵਰਲਡ ਦੇ ਅੰਦਰ ਇੱਕ ਬਹੁਤ ਵਧੀਆ ਹੈਲਦੀ ਪੋਜ਼ਿਟਿਵ ਜਿਹੜਾ ਮਾਹੌਲ ਹੈ ਉਹ ਆਪਾਂ ਲਿਆ ਸਕੀਏ। ਜੀ ਔਰ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈ ਕਿ ਅੱਜ ਜਿਹੜਾ ਸਪੈਸ਼ਲ ਜਿਹੜਾ ਇੱਕ ਮੈਸੇਜ ਹੋਣਾ ਚਾਹੀਦਾ ਹੈ ਯੂਥ ਜਿਹੜਾ ਆਪਣਾ, ਜਿੱਦਾਂ ਤੁਸੀਂ ਦੱਸਿਆ ਕਿ ਕੌਨਫੀਡੈਂਸ ਨਹੀਂ ਹੈ, ਜੀ ਉਹਦੇ ਲਈ ਜਿਹੜੀ ਸਾਡੀ ਅਕੈਡਮਿਕ ਐਜੂਕੇਸ਼ਨ ਹੈ ਜਾਂ ਪ੍ਰੋਫੈਸ਼ਨਲ ਐਜੂਕੇਸ਼ਨ ਹੈ, ਅੱਜ ਬੱਚਾ ਜਾ ਰਿਹਾ ਹੈ ਕਾਲਜ, ਲੇਕਿਨ ਜਦੋਂ ਉਹ ਇੰਟਰਵਿਊ ਦੇਣ ਜਾਂਦਾ ਹੈ ਉਹਦੀ ਲੈਗਸ ਵਾਈਬ੍ਰੇਸ਼ਨ ਤੇ ਲੱਗ ਜਾਂਦੀਆਂ ਨੇ, ਜੀਭ ਸਾਇਲੈਂਟ ਤੇ ਲੱਗ ਜਾਂਦੀ ਹੈ, ਕਿਉਂਕਿ ਲੇਕਿਨ ਅੱਜ ਪ੍ਰੈਕਟੀਕਲ ਯੁੱਗ ਹੈ, ਰੀਅਲ ਵਰਲਡ ਹੈ। ਅੱਜ ਮੈਟਰ ਨਹੀਂ ਹੈ ਕਿ ਤੁਹਾਡੇ ਕੋਲ ਡਿਗਰੀ ਕਿਹੜੀ ਹੈ, ਮੈਟਰ ਇਹ ਹੈ ਕਿ ਅਗਰ ਕਿਸੇ ਕੰਪਨੀ ਨੂੰ ਤੁਸੀਂ 1 ਕਰੋੜ ਦਾ ਕੰਮ ਕਰਕੇ ਦੋਗੇ ਤਾਂ ਤੁਹਾਨੂੰ ਉਹ 10 ਲੱਖ ਦਾ ਪੈਕੇਜ ਦੇਗੀ। ਜੀ ਉਹਨਾਂ ਨੇ ਤੁਹਾਡੀ ਡਿਗਰੀ ਨਾ ਤਾਂ ਫਰੇਮ ਕਰਾ ਕੇ ਲਗਾਣੀ ਹੈ, ਕੁਝ ਨਹੀਂ ਕਰਨਾ। ਉਹਨਾਂ ਨੇ ਤੁਹਾਨੂੰ 1 ਮਿੰਟ 'ਚ ਕਿੱਦਾਂ ਉਹ ਸਟੱਡੀ ਕਰ ਲੈਂਦੇ ਨੇ, ਉਹ ਦੇਖ ਲੈਂਦੇ ਨੇ ਕਿ ਤੁਹਾਡਾ ਕਮਿਊਨੀਕੇਸ਼ਨ ਸਕਿੱਲ ਕਿੱਦਾਂ ਦਾ ਹੈ, ਬਾਡੀ ਲੈਂਗੁਏਜ ਕਿਆ ਹੈ। ਜਦੋਂ ਸਾਨੂੰ ਇਹ ਸਾਰੀਆਂ ਚੀਜ਼ਾਂ ਨਾ ਤਾਂ ਸਕੂਲ ਕਾਲਜ ਦੇ ਵਿੱਚ ਹਜੇ ਪ੍ਰੋਪਰ ਤਰੀਕੇ ਦੇ ਨਾਲ ਐਡ ਆਨ ਨਹੀਂ ਹੈ, ਮਤਲਬ ਐਜੂਕੇਸ਼ਨ ਦੇ ਨਾਲ ਸਾਨੂੰ ਹੋਰ ਵੀ ਐਜੂਕੇਸ਼ਨ ਦੇ ਨਾਲ ਜਿਸ ਤਰ੍ਹਾਂ ਗਵਰਨਮੈਂਟ ਕਹਿ ਰਹੀਆਂ ਨੇ ਪੂਰੇ ਵਰਲਡ ਦੇ ਅੰਦਰ ਕਿ ਸਕਿੱਲ ਡਿਵੈਲਪਮੈਂਟ ਹੋਣਾ ਚਾਹੀਦਾ ਹੈ। ਜੀ ਅਗਰ ਸਕਿੱਲ ਹੀ ਨਹੀਂ ਹੈ ਸਾਡੇ ਅੰਦਰ, ਕਮਿਊਨੀਕੇਸ਼ਨ ਨਹੀਂ ਹੈ, ਅਸੀਂ ਕਿਸੇ ਨੂੰ ਆਪਣੀ ਗੱਲ ਦੱਸ ਹੀ ਨਹੀਂ ਸਕਦੇ ਜੀ ਚੰਗੇ ਤਰੀਕੇ ਨਾਲ, ਫਿਰ ਬਾਹਰ ਦੇਖਣ ਦੀ ਜ਼ਰੂਰਤ ਨਹੀਂ, ਕਿਉਂਕਿ ਅਸੀਂ ਆਪਣੇ ਉੱਪਰ ਹੀ ਕੰਮ ਨਹੀਂ ਕੀਤਾ ਹੈ, ਅਸੀਂ ਆਪਣੇ ਆਪ ਨੂੰ ਐਕਟੀਵੇਟ ਹੀ ਨਹੀਂ ਕੀਤਾ ਹੈ। ਜੀ ਠੀਕ ਹੈ ਨਾ। ਹੁਣ ਇੱਕ ਕੋਈ ਬੰਦਾ 15 ਮਿੰਟ ਐਕਸਰਸਾਈਜ਼ ਕਰਦਾ ਹੈ, ਉਹਦਾ ਸਟੈਮਿਨਾ ਉਨਾ ਹੈ, ਕੋਈ ਬੰਦਾ 1 ਘੰਟਾ ਕਰਦਾ ਹੈ, ਉਹਦਾ ਅਲੱਗ ਸਟੈਮਿਨਾ ਹੈ। ਜੀ ਇਸੇ ਤਰ੍ਹਾਂ ਤੁਹਾਡੇ ਮਾਈਂਡ ਦੇ ਉੱਪਰ ਜਿਹੜੀ ਸੋਚ ਹੈ, ਅਗਰ ਤੁਹਾਡੇ 10 ਦੇ ਵਿੱਚੋਂ 9 ਸ਼ਬਦ ਪੋਜ਼ਿਟਿਵ ਨੇ, ਇਹਦਾ ਮਤਲਬ ਤੁਸੀਂ ਕੰਮ ਕਰ ਰਹੇ ਹੋ ਆਪਣੇ ਉੱਪਰ। ਬਿਲਕੁਲ ਹਰ ਵਾਰੀ ਨਵਾਂ ਸਾਲ ਨਵਾਂ ਨਹੀਂ ਆਏਗਾ ਜਦੋਂ ਤੱਕ ਤੁਸੀਂ ਕੁਝ ਨਵਾਂ ਨਹੀਂ ਕਰੋਗੇ। ਜੀ ਜਦੋਂ ਤੁਸੀਂ ਨਿਊਨੈਸ ਨਹੀਂ ਹੋਏਗੀ ਤੇ ਹੈਪੀਨੈਸ ਨਹੀਂ ਹੋਏਗੀ। ਜੀ ਇੱਕ ਨਾ ਬੜਾ ਆਉਂਦਾ ਹੈ ਕਿ ਤੁਹਾਨੂੰ ਬੜੀ ਸਲਾਹ ਮਿਲ ਜਾਂਦੀ ਹੈ ਕਿ ਇੱਕ ਵਧੀਆ ਬਿਜ਼ਨਸਮੈਨ ਇਦਾਂ ਦਾ ਹੁੰਦਾ ਹੈ, ਉਹਨੂੰ ਆਹ ਹੋਣਾ ਚਾਹੀਦਾ ਹੈ, ਜਾਂ ਉਹਦੇ ਕੋਲ ਆਹ ਇੰਨੀ ਐਜੂਕੇਸ਼ਨ ਹੋਣੀ ਚਾਹੀਦੀ ਹੈ। ਜਿੱਥੋਂ ਤੱਕ ਮੈਂ ਤੁਹਾਡੀਆਂ ਗੱਲਾਂ ਸੁਣ ਰਹੀ ਹਾਂ ਉੱਥੋਂ ਲੱਗ ਰਿਹਾ ਕਿ ਕੌਨਫੀਡੈਂਸ, ਮੋਟੀਵੇਸ਼ਨ ਬੜੀ ਜ਼ਰੂਰੀ ਹੈ। ਤੇ ਤੁਹਾਡੀ ਨਜ਼ਰ 'ਚ ਵਧੀਆ ਬਿਜ਼ਨਸਮੈਨ ਕਿੱਦਾਂ ਦਾ ਹੋਣਾ ਚਾਹੀਦਾ ਹੈ, ਜਾਂ ਬਣਨਾ ਹੋਵੇ ਤਾਂ ਮਤਲਬ ਕੀ ਕਰੀਏ? ਵਧੀਆ ਬਿਜ਼ਨਸਮੈਨ ਦੀ ਦੇਖੋ ਇੱਕ ਸਿੰਪਲ ਜੀ ਐਗਜ਼ਾਮਪਲ ਹੈ, ਜਿਹੜੀ ਅਗਰ ਮੈਂ ਤੁਹਾਨੂੰ ਛੋਟੀ ਜਿਹੀ ਸਟੋਰੀ ਦੇ ਨਾਲ ਸ਼ੇਅਰ ਕਰਦਾ ਹਾਂ ਕਿ ਇੱਕ ਅੱਛਾ ਬਿਜ਼ਨਸਮੈਨ ਜਿਹੜਾ ਹੈ ਉਹ ਕਿੱਦਾਂ ਹੋਣਾ ਚਾਹੀਦਾ ਹੈ। ਜੀ ਇੱਕ ਹਸਬੈਂਡ ਵਾਈਫ ਸੀਗੇ, ਉਹਨਾਂ ਦੀ ਹਸਬੈਂਡ ਕਾਫੀ ਜਿਹੜੀ ਵਾਈਫ ਸੀ ਉਹਨਾਂ ਦੀ ਉਹ ਕਾਫੀ ਬਿਮਾਰ ਸੀ। ਉਹ ਫਰੂਟ ਲੈਣ ਉਹ ਮਾਰਕੀਟ 'ਚ ਗਏ, ਉਹਨਾਂ ਨੇ ਸ਼ਾਪ ਤੇ ਜਾ ਕੇ ਕਿਹਾ ਕਿ ਮੈਨੂੰ ਫਰੂਟ ਚਾਹੀਦਾ, 2 ਕਿਲੋ ਐਪਲ ਚਾਹੀਦੇ ਨੇ, ਸੇਬ ਚਾਹੀਦੇ ਨੇ। ਜੀ ਉਹਨਾਂ ਨੇ ਕਿਹਾ ਕਿ ਠੀਕ ਹੈ, ਤੁਸੀਂ, ਉਹਨਾਂ ਨੇ ਕਿਹਾ ਕਿ ਅੱਛੇ ਦੇਣਾ ਮੈਨੂੰ ਦੇਖ ਕੇ, ਜੀ ਕਿਉਂਕਿ ਮੇਰੀ ਮਿਸਿਸ ਬਿਮਾਰ ਬਹੁਤ ਹੈ, ਉਹਦੇ ਲਈ ਮੈਂ ਲੈ ਕੇ ਜਾਣੇ। ਜੀ ਉਹਨਾਂ ਨੇ ਕਿਹਾ ਕਿ ਠੀਕ ਹੈ। ਉਹਨਾਂ ਨੇ 2 ਮਿੰਟ ਸੋਚਿਆ, ਸ਼ਾਪਕੀਪਰ ਨੇ, ਉਹਨੇ ਕਿਹਾ ਕਿ ਨਹੀਂ ਸਰ, ਮੇਰੇ ਕੋਲ ਅੱਛੇ ਸੇਬ ਨਹੀਂ ਹੈ, ਇਹ ਕਾਫੀ ਦਿਨ ਦੇ ਪੁਰਾਣੇ ਨੇ, ਤੁਸੀਂ ਕਿਸੇ ਹੋਰ ਸ਼ਾਪ ਤੋਂ ਲੈ ਲਓ, ਫਰੈਸ਼ ਐਪਲ। ਤੇ ਉਹਨਾਂ ਨੇ ਕਿਹਾ, ਉਹਨੇ ਸੋਚਿਆ ਕਿ ਇਹਦੇ ਸਾਹਮਣੇ ਤਾਂ ਸੇਬ ਪਏ ਨੇ, ਮੈਨੂੰ ਦੇ ਸਕਦਾ ਹੈ, ਲੇਕਿਨ ਕਿੰਨਾ ਓਨੈਸਟ ਪਰਸਨ ਹੈ, ਔਰ ਇਹਨੇ ਮੈਨੂੰ ਕਿਹਾ ਕਿ ਕਿਸੇ ਹੋਰ ਸ਼ਾਪ ਤੋਂ ਲੈ ਲਓ। ਜੀ ਜਦੋਂ ਉਹ ਪਰਸਨ ਕਿਸੇ ਹੋਰ ਸ਼ਾਪ ਤੇ ਜਾਏਗਾ, ਉਸ ਦਿਨ ਉਸ ਸ਼ਾਪਕੀਪਰ ਨੇ ਆਪਣਾ ਨੁਕਸਾਨ ਕੀਤਾ ਬਿਜ਼ਨਸ ਪੁਆਇੰਟ ਆਫ ਵਿਊ ਦੇ ਨਾਲ। ਜੀ ਜਦੋਂ ਉਹ ਘਰ ਜਾਏਗਾ ਪਰਸਨ, ਕਿ ਆਪਣੀ ਵਾਈਫ ਨਾਲ ਸ਼ੇਅਰ ਕਰੇਗਾ ਕਿ ਨਹੀਂ ਕਰੇਗਾ ਕਿ ਮੈਨੂੰ ਅੱਜ ਇੰਨਾ ਓਨੈਸਟ ਪਰਸਨ ਮਿਲਿਆ, ਉਹਨੇ ਆਪਣਾ ਨੁਕਸਾਨ ਕੀਤਾ, ਲੇਕਿਨ ਮੈਨੂੰ ਉਹਨੇ ਐਪਲ ਨਹੀਂ ਦਿੱਤੇ। ਜੀ ਉਹ ਆਪਣੀ ਸ਼ੇਅਰ ਕਰੇਗਾ ਫੈਮਿਲੀ ਦੇ ਨਾਲ, ਔਰ ਫਿਰ ਅੱਗੇ ਫਿਊਚਰ ਦੇ ਵਿੱਚ ਉਹ ਕਿੱਥੋਂ ਫਰੂਟ ਖਰੀਦੇਗਾ? ਉਹ ਜੀ ਉਸੇ ਪਰਸਨ ਤੋਂ ਖਰੀਦੇਗਾ, ਕਿਉਂਕਿ ਉਹਨੂੰ ਪਤਾ ਹੈ ਕਿ ਇਹ ਓਨੈਸਟ ਹੈ। ਜੀ ਉਸ ਦਿਨ ਉਹਦਾ ਕੁਝ ਲਾਸ ਹੋਇਆ ਉਹਦਾ, ਲੇਕਿਨ ਬਿਜ਼ਨਸ ਲਾਸ ਹੋਇਆ, ਲੇਕਿਨ ਉਸ ਤੋਂ ਬਾਅਦ ਲੌਂਗ ਟਰਮ ਜਿਹੜਾ ਉਹਦਾ ਕਸਟਮਰ ਹੈ ਉਹ ਉਹਦਾ ਬਣ ਜਾਂਦਾ ਹੈ, ਕਿਉਂਕਿ ਉਹਨੂੰ ਫੇਥ ਹੋ ਜਾਂਦਾ ਹੈ ਕਿ ਇਹ ਬਹੁਤ ਓਨੈਸਟ ਹੈ, ਔਰ ਇਹ ਜਿਹੜਾ ਵੀ ਹੁਣ ਮੈਨੂੰ ਫਰੂਟ ਦੇਗਾ ਲਾਈਫ ਟਾਈਮ, ਉਹ ਮੈਨੂੰ ਅੱਛਾ ਦੇਗਾ। ਉਹ ਆਪਣੇ ਰਿਲੇਟਿਵਸ ਨੂੰ ਵੀ ਦੱਸਦਾ, ਅੱਗੇ ਵੀ ਦੱਸਦਾ, ਇਦਾਂ ਸਪਰੈਡ ਮੈਸੇਜ ਹੋ ਜਾਂਦਾ ਹੈ। ਮਤਲਬ ਇਮਾਨਦਾਰੀ ਵੀ ਹੋਵੇ, ਸੱਚਾਈ ਵੀ ਹੋਵੇ, ਅਗਰ ਓਨੈਸਟੀ ਹੋਣੀ ਜ਼ਰੂਰੀ ਹੈ। ਅਗਰ ਤੁਸੀਂ ਇੱਕ ਵਾਰੀ ਕਿਸੇ ਨੂੰ ਕੋਈ ਕੰਮ ਕਰ ਦਿੰਦੇ ਹੋ ਕੁਝ ਚੀਟਿੰਗ ਕਰਕੇ, ਉਹ ਤੁਸੀਂ ਲੌਂਗ ਟਰਮ ਨਹੀਂ ਸੋਚ ਸਕਦੇ। ਜੀ ਬਿਲਕੁਲ। ਆਪਾਂ ਗੱਲਬਾਤ ਜਾਰੀ ਰੱਖਦੇ ਹਾਂ ਵੇਲਾ ਪ੍ਰੋਗਰਾਮ 'ਚ ਇੱਕ ਬ੍ਰੇਕ ਦਾ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਮਿਲਦੇ ਹਾਂ ਬ੍ਰੇਕ ਤੋਂ ਬਾਅਦ। Dr. Takkar's Medical Spa, Sacramento ਦੇ ਹੁਨਰਮੰਦ ਮੈਡੀਕਲ ਸਪਾ। ਇਹਨਾਂ ਦਾ ਮਿਹਨਤੀ ਸਟਾਫ ਤੁਹਾਨੂੰ ਬਣਾਉਂਦਾ ਹੈ ਖੂਬਸੂਰਤ ਤੇ ਸ਼ਾਨਦਾਰ। ਤੱਕਰ ਮੈਡੀਕਲ ਸਪਾ ਤੇ ਤੁਸੀਂ ਪ੍ਰਾਪਤ ਕਰ ਸਕਦੇ ਹੋ
laser medical hair removal, wrinkle treatment, skin care, skin tightening, facial, volume loss, laser vein removal, dark spot removal. ਤੁਹਾਡੇ ਬਜਟ ਵਿੱਚ ਹੀ ਤੁਹਾਨੂੰ ਸ਼ਾਨਦਾਰ ਲਾਈਫਸਟਾਈਲ ਦੇਣ ਵਾਲੇ ਡਾਕਟਰ ਤੱਕਰਸ ਮੈਡੀਕਲ ਸਪਾ 8191 Timberlake Way, Suite 350, Sacramento, California 95823. Phone 916-688-9994. Phone 916 688 9994. ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਸਾਡੇ ਨਾਲ ਬਣੇ ਹੋਏ ਨੇ ਚਰਨ ਕਮਲ। ਕਮਲ ਸਾਹਿਬ, ਹੁੰਦਾ ਹੈ ਕਿ ਬੰਦਾ ਹੈ ਨਾ ਸੋਚਦਾ ਹੈ ਕਿ ਮੈਨੂੰ ਆਹ ਮਿਲ ਜਵੇ, ਉਹ ਮਿਲ ਜਵੇ, ਪਰ ਆਈਡੀਆ ਕਿੱਥੋਂ ਲਵੇ? ਏਮਸ ਹੀ ਕਲੀਅਰ ਨਹੀਂ ਹੈਗੇ ਯੂਥ ਦੇ। ਹਾਂਜੀ ਏਮਸ ਜਿਹੜੇ ਨੇ ਉਹ ਇਸ ਲਈ ਕਲੀਅਰ ਨਹੀਂ ਹੈ ਕਿਉਂਕਿ ਇਮੋਸ਼ਨਲ ਜਿਹੜੀ ਸਾਡੀ ਹੈਲਥ ਹੈ, ਇਮੋਸ਼ਨਲ ਜਿਹੜੀ ਸਾਡੀ ਸੋਚ ਹੈ ਉਹ ਵੀਕ ਹੈ। ਕਿਉਂਕਿ ਅੱਜ ਲੰਗੜਾ ਉਹ ਨਹੀਂ ਹੈ ਜਿਹਦੀਆਂ ਲੱਤਾਂ ਕੰਮ ਨਹੀਂ ਕਰਦੀਆਂ। ਅੱਜ ਤਾਂ ਲੰਗੜਾ ਉਹ ਹੈ ਜਿਹੜਾ ਸਮੇਂ ਨਾਲ ਨਹੀਂ ਚੱਲ ਰਿਹਾ ਹੈ। ਅੱਜ ਅੰਧਾ ਉਹ ਨਹੀਂ ਹੈ ਜਿਹਦੀਆਂ ਅੱਖਾਂ ਨਹੀਂ ਹੈ। ਅੱਜ ਤਾਂ ਅੰਧਾ ਉਹ ਇਨਸਾਨ ਹੈ ਜਿਹੜਾ ਅੱਜ ਬਦਲਦੇ ਸਮੇਂ ਨੂੰ ਦੇਖ ਹੀ ਨਹੀਂ ਰਿਹਾ ਹੈ। ਠੀਕ ਹੈ, ਅੱਜ ਹਰ ਜਗ੍ਹਾ ਚੇਂਜਸ ਹੋ ਰਹੇ ਨੇ। ਅੱਜ ਜੌਬਸ ਜਿਹੜੀਆਂ ਨੇ ਉਹ ਹਾਈਬ੍ਰਿਡ ਮਾਡਲ ਤੇ ਬਣ ਰਹੀਆਂ ਨੇ। ਹਾਈਬ੍ਰਿਡ ਦਾ ਮਤਲਬ ਕੀ ਹੈ ਕਿ ਵਰਕ ਫਰੋਮ ਹੋਮ ਔਰ ਦਫ਼ਤਰ 'ਚ ਬੈਠ ਕੇ ਕੰਮ ਕਰਨਾ। ਜਦੋਂ ਦੋਨਾਂ ਦਾ ਕੰਬੀਨੇਸ਼ਨ ਉਹਨੂੰ ਕਹਿੰਦੇ ਨੇ ਹਾਈਬ੍ਰਿਡ ਮਾਡਲ। ਇੱਦਾਂ ਹੀ ਬਿਜ਼ਨੈਸਿਸ ਸ਼ੁਰੂ ਹੋ ਰਹੇ ਨੇ। ਜੇ ਅਸੀਂ ਆਪਣੇ ਆਪ ਨੂੰ ਬਦਲਾਂਗੇ ਨਹੀਂ, ਦੇਖੋ ਹੈਲਨ ਕੇਲਨ ਇੱਕ ਇੱਦਾਂ ਦੀ ਲੇਡੀ ਹੈ ਜਿਹਨੇ ਸਭ ਤੋਂ ਜ਼ਿਆਦਾ ਵਿਕਣੇ ਵਾਲੀਆਂ 5 ਬੁੱਕਸ ਲਿਖੀਆਂ ਨੇ, ਲੇਕਿਨ ਉਹ ਬਲਾਈਂਡ ਉਹਨੂੰ ਦਿਖਦਾ ਨਹੀਂ ਹੈ। ਉਹਨਾਂ ਨੂੰ ਇੱਕ ਸਵਾਲ ਪੁੱਛਿਆ ਇੱਕ ਰਿਪੋਰਟਰ ਨੇ ਕਿ ਤੁਸੀਂ ਇੰਨਾ ਮੋਟੀਵੇਸ਼ਨ ਤੁਹਾਡੇ ਅੰਦਰ ਕਿੱਦਾਂ ਹੈ, ਤੁਸੀਂ ਤਾਂ ਕਦੀ ਦੁਨੀਆ ਨੂੰ ਦੇਖਿਆ ਹੀ ਨਹੀਂ ਹੈ। ਬਿਲਕੁਲ ਠੀਕ ਹੈ ਨਾ। ਉਹਨੇ ਕਿਹਾ ਕਿ ਮੇਰੇ ਤੋਂ ਵੀ ਬੁਰੇ ਉਹ ਇਨਸਾਨ ਨੇ ਜਿਨ੍ਹਾਂ ਨੂੰ ਅੱਖਾਂ ਹੈ ਲੇਕਿਨ ਉਹਨਾਂ ਦੇ ਨਾਲ ਉਹਨਾਂ ਵਿੱਚ ਵਿਜ਼ਨ ਨਹੀਂ ਹੈ। ਮਤਲਬ ਉਹ ਦੇਖ ਹੀ ਨਹੀਂ ਸਕਦੇ ਕਿ ਦੁਨੀਆ ਦੇ ਵਿੱਚ ਹੋ ਕੀ ਰਿਹਾ ਹੈ, ਟਾਈਮ ਕਿਹੜਾ ਚੱਲ ਰਿਹਾ ਹੈ। ਉਹ 올ਡ ਥਿੰਕਿੰਗ ਨਾਲ ਚੱਲ ਰਹੇ ਨੇ ਕਿ ਸਾਨੂੰ ਕਦੋਂ ਗਵਰਨਮੈਂਟ ਜੌਬਸ ਖੁੱਲਣਗੀਆਂ, ਕਦੋਂ। ਉਹ ਵੇਟ ਕਰ ਰਹੇ ਨੇ, ਉਹ ਮੰਗ ਰਹੇ ਨੇ। ਲੇਕਿਨ ਅੱਜ ਦੁਨੀਆ ਦੇ ਵਿੱਚ ਮੰਗਣੇ ਵਾਲਿਆਂ ਦੀ ਨਹੀਂ, ਦੇਣੇ ਵਾਲੇ ਲੋਕਾਂ ਦੀ ਜ਼ਰੂਰਤ ਹੈ। ਮਤਲਬ ਆਪਾਂ ਨੂੰ ਗਿਵਿੰਗ ਮੋਡ ਤੇ ਆਣਾ ਪਏਗਾ ਸਾਰਿਆਂ ਨੂੰ। ਠੀਕ ਹੈ ਨਾ। ਇਸੇ ਤਰ੍ਹਾਂ ਇੱਕ ਬਹੁਤ ਵੱਡੇ ਸ਼ਖਸ ਨੇ ਬਿਲ ਗੇਟਸ, ਦੁਨੀਆ ਦੇ ਬਹੁਤ ਕਾਮਯਾਬ ਵਿਅਕਤੀ ਨੇ। ਬਿਲਕੁਲ ਉਹਨਾਂ ਨੇ, ਮੈਂ ਨੈਟਸ਼ਲ ਤੁਹਾਨੂੰ ਗੱਲ ਦੱਸਦਾ ਉਹਨਾਂ ਨੇ ਸਕਸੈਸ, ਉਹਨਾਂ ਲਈ ਮਤਲਬ ਆਪਾਂ ਸੋਚਦੇ ਹਾਂ ਕਿ ਬਹੁਤ ਵੱਡਾ ਇੱਕ ਇਨਸਾਨ ਜਦੋਂ ਬੰਦਾ ਹੈ, ਪੈਸੇ ਹੁੰਦੇ ਨੇ, ਉਹ ਹੀ ਸਕਸੈਸਫੁਲ ਹੈ। ਉਹ ਇੱਕ ਪਲੇਨ 'ਚ ਸਫ਼ਰ ਕਰ ਰਿਹਾ ਸੀ, ਉਹਨਾਂ ਨੂੰ ਨਿਊਜ਼ਪੇਪਰ ਚਾਹੀਦਾ ਸੀ ਲੇਕਿਨ ਪੈਸੇ ਨਹੀਂ ਸੀ ਉਹਨਾਂ ਦੇ ਕੋਲ। 2-3 ਵਾਰ ਇੱਦਾਂ ਹੀ ਉਹਨਾਂ ਨੂੰ ਨਿਊਜ਼ਪੇਪਰ ਕਿਸੇ ਨੇ ਫ੍ਰੀ 'ਚ ਦਿੱਤਾ। ਤੇ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਮੇਰੇ ਕੋਲ ਤਾਂ ਪੈਸੇ ਖੁੱਲੇ ਨਹੀਂ ਹੈ, ਤੁਸੀਂ ਇਹਨੂੰ ਰਹਿਣ ਦਿਓ ਨਿਊਜ਼। ਉਹ ਕਹਿੰਦੇ ਨਹੀਂ, ਤੁਸੀਂ ਰੱਖ ਲਓ, ਕੋਈ ਨਹੀਂ, ਮੈਂ ਮੈਨੇਜ ਕਰ ਲਾਂਗਾ। ਕਿਸੇ ਏਅਰਪੋਰਟ ਦੇ ਉੱਪਰ ਉਹਨਾਂ ਨੂੰ ਇਹ ਜ਼ਰੂਰਤ ਪਈ ਪੜ੍ਹਨੇ ਦੀ। ਤੇ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ, ਕੁਝ ਸਾਲਾਂ ਤੋਂ ਬਾਅਦ ਉਹ ਕਾਮਯਾਬ ਹੋ ਗਿਆ, ਉਹਨਾਂ ਨੇ ਸੋਚਿਆ ਕਿ ਮੈਂ ਫਿਰ ਉੱਥੇ ਕੰਟਰੀ ਜਾਂਦਾ ਹੈ ਔਰ ਮੈਂ ਮਿਲ ਕੇ ਆਉਂਦਾ ਕਿ ਉਹਨੇ ਮੇਰੀ ਹੈਲਪ ਕੀਤੀ ਹੈ। ਬੰਦੇ ਨੇ 2-3 ਵਾਰ ਮੈਨੂੰ ਫ੍ਰੀ ਦੇ ਵਿੱਚ ਪੇਪਰ ਦਿੱਤਾ ਹੈ, ਨਿਊਜ਼ਪੇਪਰ। ਜਦੋਂ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਕਿ ਦੱਸੋ ਤੁਹਾਨੂੰ ਕੀ ਚਾਹੀਦਾ ਹੈ, ਕਿ ਤੁਸੀਂ ਮੈਨੂੰ ਫ੍ਰੀ ਵਿੱਚ ਨਿਊਜ਼ਪੇਪਰ ਦਿੱਤਾ ਸੀ, ਤੁਹਾਨੂੰ ਅੱਜ ਕੀ ਲਾਈਫ ਦੇ ਵਿੱਚ ਤੁਹਾਡਾ ਕੀ ਚਾਹੁੰਦੇ ਆ ਤੁਸੀਂ, ਉਹ ਮੈਂ ਤੁਹਾਨੂੰ ਅੱਜ ਦੇ ਸਕਦਾ, ਮੇਰੇ ਵਿੱਚ ਇੰਨੀ ਤਾਕਤ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਹੈ, ਜਿਹੜੇ ਤੁਹਾਨੂੰ ਮੈਂ ਪੇਪਰ ਦਿੰਦਾ ਸੀਗਾ ਉਹ ਮੈਂ ਆਪਣੀ ਜਿਹੜੀ ਮੇਰੀ ਇਨਕਮ ਸੀ ਉਹਦੇ ਵਿੱਚੋਂ ਮੈਂ ਪੇ ਕਰਦਾ ਸੀ। ਠੀਕ ਹੈ। ਉਹ ਕਹਿੰਦੇ ਕਿ ਮੈਨੂੰ ਤਾਂ ਕੁਝ ਨਹੀਂ ਚਾਹੀਦਾ, ਲੇਕਿਨ ਮੇਨ ਜਿਹੜਾ ਮੋਟਿਵ ਹੈ ਇਸ ਗੱਲ ਕਰਨੇ ਦਾ ਉਹ ਇਹ ਹੈ, ਉਸ ਪਰਸਨ ਨੇ ਕਿਹਾ ਬਿਲ ਗੇਟਸ ਨੂੰ ਕਿ ਅੱਜ ਤੂੰ ਇੰਨਾ ਸਾਲਾਂ ਤੋਂ ਬਾਅਦ ਇੰਨਾ ਰਿਚ ਬਣ ਕੇ ਇਹ ਗੱਲ ਤੂੰ ਕਹਿ ਰਿਹਾ, ਲੇਕਿਨ ਇਹ ਉਦੋਂ ਹੀ ਤੂੰ ਗੱਲ ਕਰਨੀ ਸੀ, ਸਿਰਫ ਵੇਟ ਨਹੀਂ ਕਰਨੀ ਹੈ, ਡਿਪੈਂਡ ਨਹੀਂ ਹੋਣਾ ਹੈ। ਮੈਂ ਤਾਂ ਉਦੋਂ ਮੇਰੇ ਕੋਲ ਕੁਝ ਵੀ ਨਹੀਂ ਸੀ, ਲੇਕਿਨ ਉਦੋਂ ਵੀ ਮੈਂ ਲੋਕਾਂ ਦੀ ਸੇਵਾ ਕਰ ਰਿਹਾ ਸੀ। ਲੇਕਿਨ ਜ਼ਰੂਰੀ ਨਹੀਂ ਹੈ ਕਿ ਸਾਡੇ ਕੋਲ ਬਹੁਤ ਕੁਝ ਹੋਏ ਅਸੀਂ ਫੇਰ ਹੀ ਕੁਝ ਕਰ ਸਕਦੇ ਹਾਂ। ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਬਹੁਤ ਜ਼ਿਆਦਾ ਪੈਸਾ ਨਹੀਂ ਚਾਹੀਦਾ, ਹਰ ਚੀਜ਼ ਚਾਹੀਦੀ ਹੈ। ਪੈਸੇ ਦੀ ਇੰਪੋਰਟੈਂਸ ਬਹੁਤ ਹੈ ਲਾਈਫ ਦੇ ਵਿੱਚ, ਲੇਕਿਨ ਇਹ ਵੀ ਨਹੀਂ ਹੈ ਕਿ ਪੈਸੇ ਦੇ ਨਾਲ ਅਸੀਂ ਖੁਸ਼ੀ ਨੂੰ ਕੰਪੇਅਰ ਕਰ ਦਈਏ। ਤੁਸੀਂ ਮਸਜਿਦ ਦੇ ਵਿੱਚ ਸੀਟ ਤੇ ਬੈਠੋ, ਤੁਹਾਨੂੰ ਕੰਫਰਟ ਦੇ ਸਕਦੀ ਹੈ, ਖੁਸ਼ੀ ਨਹੀਂ ਦੇ ਸਕਦੀ। ਕੋਈ ਚੀਜ਼ ਤੁਸੀਂ ਨਵੀਂ ਲੈਂਦੇ ਹੋ, ਮੋਬਾਈਲ ਜਿਹੜਾ ਹੈ ਅੱਛੀ ਕਮਿਊਨੀਕੇਸ਼ਨ ਦੇ ਸਕਦਾ ਹੈ, ਲੇਕਿਨ ਉਹਦੇ 'ਚ ਤਾਕਤ ਨਹੀਂ ਹੈ ਕੁਝ ਦੇਣੇ ਦੀ। ਇਹ ਗੱਲ ਸਾਨੂੰ ਸਮਝਣੀ ਪਏਗੀ। ਇਸੇ ਲਈ ਸਾਨੂੰ ਇੰਟਰਨਲ ਵੀ ਕੰਮ ਕਰਨਾ ਪਏਗਾ ਆਪਣੇ ਅੰਦਰ ਖੁਸ਼ੀ ਲਈ, ਕਿਉਂਕਿ ਖੁਸ਼ੀ ਇੰਟਰਨਲੀ ਆਏਗੀ, ਉਹ ਡਿਪੈਂਡੈਂਸੀ ਨਹੀਂ ਹੈ। ਔਰ ਜਿਹੜੀ ਇਮਿਊਨਿਟੀ ਹੈ, ਤੁਸੀਂ ਦੇਖੋ ਬਹੁਤ ਸਾਰੇ ਬੱਚੇ ਨੇ ਅੱਜ ਜਿਹੜੇ ਸੜਕਾਂ ਦੇ ਉੱਪਰ ਬੱਚੇ ਨੇ, ਉਹਨਾਂ ਦੀ ਇਮਿਊਨਿਟੀ ਕਿੰਨੀ ਸਟਰੋਂਗ ਹੈ। ਲੇਕਿਨ ਆਪਾਂ ਇੰਨੀ ਸਾਰੀਆਂ ਤਰੀਕੇ ਨਾਲ ਆਪਣਾ ਧਿਆਨ ਰੱਖਦੇ, ਫਿਰ ਵੀ ਸਾਨੂੰ ਇਨਫੈਕਸ਼ਨ ਕੈਚ ਕਰਦੀ ਹੈ। ਲੇਕਿਨ ਅਸੀਂ ਉਂਗਲੀ ਕਰ ਦਈਦੀ ਹੈ ਕਿ ਇਹ ਕਿਸੇ ਤੋਂ ਇਨਫੈਕਸ਼ਨ ਹੋਈ ਹੈ, ਲੇਕਿਨ ਕਦੀ ਅਸੀਂ ਇਹ ਨਹੀਂ ਸੋਚਿਆ ਕਿ ਸਾਡੀ ਇਮਿਊਨਿਟੀ ਨਹੀਂ ਹੈ। ਔਰ ਸੈਕਿੰਡ ਜਿਹੜਾ ਹੈ ਕਿ ਅੱਜ ਆਪਾਂ ਨੂੰ
ਬਹੁਤ ਕੁਝ ਇਸ ਤੇ ਫੋਕਸ ਕਰਨਾ ਚਾਹੀਦਾ ਹੈ ਕਿ ਬਹੁਤ ਅੱਛੀ ਸੋਚ ਸਾਡੀ ਹੋਣੀ ਜ਼ਰੂਰੀ ਹੈ, ਉਹਦੇ ਨਾਲ ਹੀ ਅਸੀਂ ਕੁਝ ਕਰ ਸਕਦੇ ਹਾਂ। ਦੇਖੋ ਕਰਨ ਦੀ ਇੱਛਾ ਸਾਰਿਆਂ ਦੇ ਅੰਦਰ ਹੁੰਦੀ ਹੈ, ਚਲੋ ਬਿਜ਼ਨਸ ਵੀ ਓਪਨ ਹੋ ਗਿਆ, ਅਸੀਂ ਮੋਟੀਵੇਟ ਵੀ ਹੋ ਗਏ ਹਨਾ, ਸਾਡੇ ਏਮਸ ਵੀ ਕਲੀਅਰ ਹੋ ਗਏ, ਪਰ ਬਹੁਤ ਵਾਰੀ ਦੇਖਣ ਚ ਆਉਂਦਾ ਹੈ ਕਿ ਉਹ ਬਿਜ਼ਨਸ ਲੋਕਲ ਦਾ ਲੋਕਲ ਹੀ ਰਹਿ ਜਾਂਦਾ। ਅਸੀਂ ਚਾਹੁੰਦੇ ਵੀ ਹਾਂ ਕਿ ਉਹ ਨੈਸ਼ਨਲ ਹੋਵੇ, ਇੰਟਰਨੈਸ਼ਨਲ ਹੋਵੇ। ਹਾਂਜੀ ਹਾਂਜੀ, ਉਹਦੇ ਲਈ ਤਾਂ ਸਿੰਪਲ ਇੱਕੋ ਹੀ ਗੱਲ ਹੈ ਕਿ ਪਹਿਲਾਂ ਇੱਕ ਜਗ੍ਹਾ ਦੇ ਉੱਪਰ ਬੈਠ ਕੇ, ਜਿੱਥੇ ਵੀ ਤੁਸੀਂ ਹੋ ਜੀ, ਜਿਸ ਵੀ ਲੋਕੈਲਿਟੀ 'ਚ ਤੁਸੀਂ ਹੋ, ਜਿਸ ਤਰ੍ਹਾਂ ਮੈਗਡੀ ਦੀ ਐਗਜ਼ਾਮਪਲ ਆਪਾਂ ਲੈ ਲਈਏ, ਜਦੋਂ ਉਹ ਸ਼ੁਰੂ ਹੋਇਆ ਸੀ ਉਹਨਾਂ ਨੇ ਪ੍ਰੋਪਰ ਇੱਕ ਸਿਸਟਮ ਬਣਾਇਆ ਉੱਥੇ, ਜਦੋਂ ਉਹ ਪ੍ਰੋਪਰ ਚੱਲਿਆ ਫਿਰ ਉਹਨਾਂ ਨੇ ਆਪਣੀ ਸਿਸਟਰ ਨੂੰ ਦੂਸਰੇ ਸ਼ਹਿਰ ਵਿੱਚ ਰਿਕਮੈਂਡ ਕੀਤਾ ਜੀ ਕਿ ਤੁਸੀਂ ਲਓ, ਆਪਾਂ ਕੁਝ ਰੇਸ਼ੋ ਦੇ ਨਾਲ ਬਿਜ਼ਨਸ ਮਾਡਲ ਬਣਾਇਆ ਕਿ ਆਪਾਂ ਇਹਦੇ ਨਾਲ ਇਹਨੂੰ ਸ਼ੁਰੂ ਕਰਦੇ ਹਾਂ, ਔਰ ਅੱਜ ਉਹ ਪੂਰੇ ਵਰਲਡ ਵਾਈਡ ਹੈ ਜੀ। ਇਸੇ ਤਰੀਕੇ ਨਾਲ ਬਿਗਨਿੰਗ ਕਿੱਥੋਂ ਹੋਏਗੀ, ਜਦੋਂ ਤੁਸੀਂ ਜਿੱਥੇ ਹੋ ਤੁਸੀਂ ਉੱਥੇ ਬੈਠ ਕੇ ਜਦੋਂ ਤੁਸੀਂ ਪ੍ਰੋਪਰ ਤਰੀਕੇ ਨਾਲ ਇੱਕ ਮਾਡਲ ਖੜਾ ਕਰਦੇ ਹੋ ਜੀ, ਕਿਉਂਕਿ 10 ਲੋਕਾਂ ਨੂੰ ਹਰ ਚੀਜ਼ ਡੁਪਲੀਕੇਸ਼ਨ ਦਾ ਸਿਸਟਮ ਹੈ ਦੁਨੀਆ ਦੇ ਅੰਦਰ। ਬਿਲਕੁਲ ਆਪਾਂ ਡੁਪਲੀਕੇਸ਼ਨ ਦੇਖੋ, ਬੰਬੇ ਦੇ ਵਿੱਚ ਜਦ ਦੁਨੀਆ ਦੇ ਕਿਸੇ ਵੀ ਕੰਟਰੀ ਦੇ ਅੰਦਰ ਜਦੋਂ ਆਪਾਂ ਦੇਖਿਆ ਸੀ ਜੀਨ ਥੋੜੀ ਫਟੀ ਪਾਣੀ ਲੋਕਾਂ ਨੇ ਸ਼ੁਰੂ ਕਰ ਦਿੱਤੀ, ਉਹ ਇੱਕਦਮ ਕਿਦਾਂ ਉਹ ਸਪਰੈਡ ਹੋਇਆ, ਬਿਲਕੁਲ ਠੀਕ ਹੈ ਨਾ। ਲੇਕਿਨ ਉਹ ਹੋ ਸਕਦਾ ਕਿਸੇ ਦੇ ਕੋਲ ਕੋਈ ਪ੍ਰੋਬਲਮ ਆਈ ਹੋਏ, ਕਿਸੇ ਦੇ ਕੋਲ ਉਹ ਠੀਕ ਨਾ ਹੋਏ, ਸਟਰੀਟ ਫੈਸ਼ਨ ਕੁਝ ਵੀ ਹੋਏ, ਠੀਕ ਹੈ ਨਾ ਜੀ। ਲੇਕਿਨ ਅਸੀਂ ਇੱਕਦਮ ਡੁਪਲੀਕੇਟ ਕਰਨਾ ਸ਼ੁਰੂ ਕਰ ਦਿੱਤਾ। ਅਗਰ ਇਦਾਂ ਹੋ ਸਕਦਾ ਹੈ, ਚਾਹੇ ਪੂਰਾ ਪਰਿਵਾਰ ਹੈ, ਉਹ ਇੱਕ ਬੱਚਾ ਅਗਰ ਡੀਮੋਟੀਵੇਟ ਹੈ, ਪੂਰੀ ਫੈਮਿਲੀ ਮਿਲ ਕੇ ਵੀ ਉਹਨੂੰ ਮੋਟੀਵੇਟ ਨਹੀਂ ਕਰ ਸਕਦੀ ਜਦੋਂ ਤੱਕ ਉਹ ਖੁਦ ਨਹੀਂ ਚਾਹੁੰਦਾ ਹੈ। ਔਰ ਇੱਕ ਬੰਦਾ ਮੋਟੀਵੇਟ ਹੈ, ਉਹਨੂੰ ਪੂਰੀ ਦੁਨੀਆ ਨੈਗੇਟਿਵ ਨਹੀਂ ਕਰ ਸਕਦੀ ਜਦੋਂ ਤੱਕ ਉਹ ਨਹੀਂ ਚਾਹੁੰਦਾ ਹੈ, ਕਿਉਂਕਿ ਉਹ ਪ੍ਰੋਟੈਕਟ ਆਪਣੇ ਆਪ ਨੂੰ ਉਹਨੇ ਕਰਕੇ ਰੱਖਿਆ ਹੈ ਜੀ ਜੀ, ਕਿਉਂਕਿ ਉਹਦੇ ਕੋਲ ਵਿਜ਼ਨ ਹੈ, ਉਹਨੇ ਬਣਨਾ ਕੀ ਹੈ, ਕਰਨਾ ਕੀ ਹੈ ਲਾਈਫ ਦੇ। ਤੁਸੀਂ ਨੈਗੇਟਿਵਿਟੀ ਦੀ ਗੱਲ ਕੀਤੀ ਹੈ, ਡਿਊਰਿੰਗ ਕਰੋਨਾ ਕੋਵਿਡ-19 ਦੇ ਦੌਰਾਨ ਵਿਦੇਸ਼ਾਂ 'ਚ ਇੱਥੋਂ ਸਟੂਡੈਂਟ ਚਲੇ ਗਏ, ਇੰਡੀਆ ਤੋਂ ਅਮਰੀਕਾ, ਇੰਗਲੈਂਡ ਹੈ ਨਾ, ਕੈਨੇਡਾ, ਡਿਫਰੈਂਟ ਕੰਟਰੀਜ਼ ਕੇ ਅਮਰੀਕਾ ਦੇ ਸਟੂਡੈਂਟਸ ਇੰਗਲੈਂਡ ਚਲੇ ਗਏ, ਹਰ ਜਗ੍ਹਾ ਮੂਵ ਔਨ ਹੁੰਦਾ ਹੈ, ਬੱਚੇ ਇੱਧਰ ਉੱਧਰ ਪੜ੍ਹਨ ਜਾਂਦੇ ਨੇ। ਜਦੋਂ ਕਰੋਨਾ ਆਉਂਦਾ ਇੱਕਦਮ ਬੱਚੇ ਸਟ੍ਰੈਸ ਦੇ ਵਿੱਚ ਚਲੇ ਜਾਂਦੇ ਨੇ, ਔਰ ਉਹ ਇੰਨਾ ਜ਼ਿਆਦਾ ਡਿਪਰੈਸ਼ਨ ਹੋ ਗਿਆ ਕਿ ਉਹ ਆਪਣੇ ਏਮਸ ਨੂੰ ਲੈ ਕੇ ਭਟਕ ਗਏ। ਉਹਦਾ ਸਿੰਪਲ ਜਿਹਾ ਇਹੀ ਹੈ ਕਿ ਜਦੋਂ ਤੱਕ ਆਪਣਾ ਜਿਹੜਾ ਯੂਥ ਹੈ ਉਹ ਰਿਜੈਕਸ਼ਨ ਫੇਸ ਕਰਨਾ ਨਹੀਂ ਸਿੱਖੇਗਾ, ਕਿਉਂਕਿ ਜਿਹੜਾ ਫੇਲੀਅਰ ਹੈ, ਫੇਲੀਅਰ ਤਾਂ ਆਣਾ ਹੀ ਹੈ ਲਾਈਫ ਦੇ ਵਿੱਚ। ਜਿਹੜੀ ਸਾਡੇ ਸਾਹਮਣੇ ਉਹ ਚੀਜ਼ ਆਂਦੀ ਹੈ, ਉਹ ਲੋਕ ਆਣਗੇ, ਉਹਨਾਂ ਦੇ ਸ਼ਬਦ ਆਣਗੇ ਔਰ ਸਿਚੁਏਸ਼ਨਸ ਆਣਗੀਆਂ, ਉਹਦੇ ਵਿੱਚ ਸਾਡਾ ਕੰਟਰੋਲ ਨਹੀਂ ਹੈ ਜੀ। ਸਾਡਾ ਕੰਟਰੋਲ ਕੀ ਹੈ ਕਿ ਅਸੀਂ ਉਹਦਾ ਮੁਕਾਬਲਾ ਕਿੱਦਾਂ ਕਰਨਾ ਹੈ ਜੀ। ਸਾਡੇ ਹੱਥ ਦੇ ਵਿੱਚ ਕੀ ਹੈ, ਰਿਸਪੌਂਡ ਕਿੱਦਾਂ ਕਰਨਾ ਹੈ ਜੀ। ਜੋ ਆ ਰਿਹਾ ਉਹਨੂੰ ਤਾਂ ਨਹੀਂ ਰੋਕ ਸਕਦੇ ਤੁਸੀਂ, ਬਿਲਕੁਲ ਬਿਲਕੁਲ। ਹੁਣ ਜਿਹੜੀ ਸਿਚੁਏਸ਼ਨ ਤੁਹਾਡੀ ਲਾਈਫ 'ਚ ਲਿਖੀ ਹੈ, ਚਾਹੇ ਉਹ ਕਰੋਨਾ, ਮੈਂ ਸਿੰਪਲ ਜੀ ਤੁਹਾਨੂੰ ਐਗਜ਼ਾਮਪਲ ਦਿੰਦਾ ਜੀ ਕਿ ਪਿੱਛੇ ਕੁਝ ਟਾਈਮ ਪਹਿਲਾਂ ਮੇਰਾ ਰੋਡ ਐਕਸੀਡੈਂਟ ਹੋਇਆ। ਮੇਰੇ ਕੋਈ ਫੈਮਿਲੀ ਸੀ, ਉਹਨਾਂ ਨੇ ਮੈਨੂੰ ਪਿੱਛੋਂ ਹਿੱਟ ਕੀਤਾ ਕਾਰ ਨੇ, ਸੌ ਗਏ ਸੀ, ਚਲਾ ਰਿਹਾ ਸੀ ਕਾਰ, ਔਰ ਇੰਨੀ ਜ਼ੋਰ ਨਾਲ ਹਿੱਟ ਕੀਤੀ, ਮੇਰੀ ਵੀ ਸਾਰੀ ਕਾਰ ਡੈਮੇਜ ਹੋ ਗਈ। ਉਹਨਾਂ ਦੇ 3 ਬੱਚੇ ਵੀ ਸੀ, ਕੋਈ ਔਰ ਆਫਿਸਰ ਵੀ ਸੀ ਉਹ, ਔਰ ਮੈਂ ਡਰਾਈਵ ਕਰ ਰਿਹਾ ਸੀ, ਮੇਰੇ ਨਾਲ ਕੋਈ ਪਰਸਨ ਸੀ। ਜਦੋਂ ਇੰਨੀ ਜ਼ੋਰ ਨਾਲ ਹਿੱਟ ਹੋਈ ਕਾਰ ਜੀ, ਉਸ ਤੋਂ ਬਾਅਦ ਜਦੋਂ ਮੈਂ ਉਤਰਿਆ ਕਾਰ ਦੇ ਵਿੱਚੋਂ, ਮੇਰੀ ਪੂਰੀ ਬਾਡੀ ਪੇਨ ਕਰ ਰਹੀ ਸੀ, ਮੇਰੇ ਬੈਕ ਤੇ ਬੜੀ ਸੱਟ ਲੱਗੀ ਹੋਈ ਸੀ, ਮਤਲਬ ਪੇਨਫੁਲ ਸੀ ਬਹੁਤ ਬਾਡੀ, ਲੱਤਾਂ ਮੇਰੀਆਂ ਵਾਈਬ੍ਰੇਸ਼ਨ ਕੰਬ ਰਹੀਆਂ ਸੀ ਜੀ। ਲੇਕਿਨ ਮੈਂ ਉਤਰ ਕੇ ਗਿਆ ਉਸ ਪਰਸਨ ਦੇ ਕੋਲ, ਔਰ ਮੈਂ ਉਹਨੂੰ ਜਾ ਕੇ ਕਿਹਾ ਕਿ ਕਿਸੇ ਦੇ ਸੱਟ ਤੇ ਨਹੀਂ ਲੱਗੀ, ਮੈਨੂੰ ਤੁਸੀਂ ਦੱਸੋ, ਮੈਂ ਤੁਹਾਡੀ ਕੋਈ ਸਪੋਰਟ ਕਰ ਸਕਦਾ, ਮੇਰੇ ਕੋਲ ਹੈ, ਕਿਟ ਹੈ ਅੰਦਰ, ਫਸਟ ਏਡ ਕਿਟ ਹੈ ਜੀ। ਕਹਿਣੇ ਦਾ ਮਤਲਬ ਕੀ ਕਿ ਮੇਰੀ ਪੂਰੀ ਬਾਡੀ ਹਿਲ ਗਈ ਸੀ, ਲੇਕਿਨ ਮੇਰਾ ਮਾਈਂਡ ਨਹੀਂ ਹਿੱਲਿਆ ਸੀ। ਫਿਰ ਉਸ ਤੋਂ ਬਾਅਦ ਉਤਰੇ, ਉਹਨਾਂ ਤੋਂ ਬਾਅਦ ਉਹਨਾਂ ਦੇ ਬੱਚੇ, ਉੱਤੇ ਪੁਲਿਸ ਆ ਗਈ, ਬੜਾ ਕੁਝ ਹੋਇਆ। ਲੇਕਿਨ ਉੱਥੇ ਕਾਫੀ ਲੋਕ ਇਹ ਕਹਿ ਰਹੇ ਸੀ ਕਿ ਇਸ ਬੰਦੇ ਦੀ ਕਾਰ ਰੱਖ ਲਓ, ਇਸ ਬੰਦੇ ਦਾ ਲਾਇਸੈਂਸ ਰੱਖ ਲਓ, ਇਸ ਬੰਦੇ ਦਾ ਸਭ ਕੁਝ ਰੱਖ ਲਓ, ਇਹਨੇ ਤੁਹਾਡੀ ਕਾਰ ਡੈਮੇਜ ਕੀਤੀ ਹੈ ਜੀ। ਮੈਂ ਉਹਨੂੰ ਸਿੰਪਲ ਸ਼ਬਦਾਂ ਨਾਲ ਕਿਹਾ, ਮੈਂ ਕਿਹਾ ਕਿ ਤੁਸੀਂ ਡੈਮੇਜ ਕੀਤਾ ਹੈ, ਤੁਹਾਡੀ ਗਲਤੀ ਹੈ, ਤੁਹਾਡੀ ਵੀ ਇੰਸ਼ੋਰੈਂਸ ਹੈ, ਮੇਰੀ ਵੀ, ਆਪਾਂ ਇੱਕ ਦੂਜੇ ਨੂੰ ਲੜਨਾ ਨਹੀਂ ਹੈ। ਵਾਹ। ਤੁਸੀਂ ਕੀ ਕਰੋ, ਜਿੰਨਾ ਤੁਸੀਂ ਗਲਤੀ ਕੀਤੀ ਹੈ, ਜਿੰਨਾ ਇੰਸ਼ੋਰੈਂਸ ਦਾ ਰੈਸਟ ਅਮਾਉਂਟ ਹੋਏਗਾ ਉਹ ਤੁਸੀਂ ਪੇ ਕਰੋਗੇ। ਬਿਲਕੁਲ। ਉਹਨਾਂ ਨੇ ਕਿਹਾ ਠੀਕ ਹੈ। ਉਹ ਜਦੋਂ ਉਹਨਾਂ ਦੀ ਸਾਰੀ ਇੰਸ਼ੋਰੈਂਸ ਕੰਪਨੀ ਨੂੰ ਉਹਨਾਂ ਨੂੰ ਫੋਟੋਗ੍ਰਾਫਸ ਭੇਜੀਆਂ ਵਰਕਸ਼ਾਪਸ ਦੇ ਅੰਦਰ, ਉਹਨਾਂ ਨੇ ਕਿਹਾ ਕਿ ਇੰਨਾ ਅਮਾਉਂਟ ਜਿਹੜਾ ਹੈ ਇਹਨਾਂ ਨੂੰ ਪੇ ਕਰਨਾ ਪਏਗਾ, ਬਾਕੀ ਇੰਸ਼ੋਰੈਂਸ ਕਰ ਦੇਗੀ। ਤੇ ਉਹ ਪਰਸਨ ਨੂੰ ਮੈਂ ਪੁੱਛਿਆ ਕਿ ਤੁਹਾਡੇ ਕੋਲ ਇੰਨੇ ਪੈਸੇ ਹੈ, ਹਾਲਾਂਕਿ ਉੱਥੇ 15 ਲੋਕ ਇਹ ਕਹਿ ਰਹੇ ਸੀ ਕਿ ਇਸ ਬੰਦੇ ਨੂੰ ਫੜੋ, ਇਹਦਾ ਇਹ ਕਰੋ, ਇਦਾਂ ਕਰੋ, ਬੱਚੇ ਉਹਦੇ ਰੋ ਰਹੇ ਸੀ ਜੀ, ਔਰ ਕਾਰ ਉਹਦੀ ਟੁੱਟ ਗਈ ਸੀ, ਉਹਨੇ ਹਜੇ ਵੀ 200-300 ਕਿਲੋਮੀਟਰ ਅੱਗੇ ਜਾਣਾ ਸੀ। ਤੇ ਮੈਂ ਉਹਨੂੰ ਇਹੀ ਸਿੰਪਲ ਜਿਹਾ ਸਵਾਲ ਪੁੱਛਿਆ ਕਿ ਤੁਸੀਂ ਜਿਹੜੇ ਪੈਸੇ ਮੈਨੂੰ ਹੁਣ ਦੇ ਰਹੇ ਹੋ, ਤੁਹਾਡੇ ਕੋਲ ਕਾਰ ਠੀਕ ਕਰਾਣੇ ਦੇ, ਬੱਚਿਆਂ ਦਾ ਟ੍ਰੀਟਮੈਂਟ ਕਰਾਣੇ ਲਈ, ਖਾਣੇ ਦੇ ਲਈ ਪੈਸੇ ਹੈ ਤੁਹਾਡੇ ਕੋਲ? ਕਹਿੰਦਾ ਨਹੀਂ ਹੈ। ਮੈਂ ਕਿਹਾ ਤੁਸੀਂ ਪੈਸੇ ਰੱਖ ਲਓ, ਤੁਸੀਂ ਕੱਲ ਅਕਾਊਂਟ ਨੰਬਰ ਮੇਰਾ ਲੈ ਲਓ, ਉਹਦੇ ਵਿੱਚ ਤੁਸੀਂ ਪਾ ਦੇਣਾ ਜੀ,
ਔਰ ਹਜੇ ਤੁਸੀਂ ਕਾਰ ਠੀਕ ਕਰਾਓ, ਆਪਣੇ ਬੱਚੇ ਨੂੰ ਲੈ ਜਾਓ, ਔਰ ਉੱਥੇ 10 ਲੋਕ ਖੜੇ ਇਹ ਕਹਿ ਰਹੇ ਸੀ ਕਿ ਤੁਸੀਂ ਇਹ ਗਲਤ ਕਰ ਰਹੇ ਹੋ, ਤੁਸੀਂ ਇਹਦਾ ਕੁਝ ਰੱਖ ਲਓ, ਇਹ ਪਰਸਨ ਇਸ ਸਿਟੀ ਦਾ ਨਹੀਂ ਹੈ ਜੀ। ਲੇਕਿਨ ਜਦੋਂ ਤੁਸੀਂ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਸੋਚਦੇ ਹੋ, ਔਰ ਉਸ ਤੋਂ ਬਾਅਦ ਉਹ ਸਿਚੁਏਸ਼ਨ ਤਾਂ ਮੇਰੀ ਲਾਈਫ 'ਚ ਆਣੀ ਸੀ, ਲੇਕਿਨ ਅੱਜ ਉਹ ਫੈਮਿਲੀ ਮੇਰੀ ਬੈਸਟ ਫਰੈਂਡ ਹੈ ਜੀ। ਕਿਉਂਕਿ ਉਹਨਾਂ ਨੇ ਦੇਖਿਆ, ਉਹਨਾਂ ਨੇ ਸਵੇਰੇ ਹੀ 9:30 ਵਜੇ ਉਹ ਬੈਂਕ ਪਹੁੰਚ ਗਏ, ਉਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਟ੍ਰਾਂਸਫਰ ਕੀਤਾ, ਔਰ ਮੈਂ ਉਹਨਾਂ ਨੂੰ ਸ਼ਬਦ ਦੇ ਕਿਹਾ, ਮੈਂ ਕਿਹਾ ਕਿ ਅਗਰ ਜਿੰਨੇ ਪੈਸੇ ਤੁਸੀਂ ਭੇਜੇ ਹੈ ਇਹਦੇ ਵਿੱਚੋਂ ਅਗਰ ਕੁਝ ਪੈਸੇ ਵੀ ਮੇਰੇ ਕੋ ਬਚਣਗੇ, ਘੱਟ ਲੱਗਣਗੇ ਉੱਥੇ, ਉਹ ਮੈਂ ਤੁਹਾਨੂੰ ਰਿਫੰਡ ਕਰਾਂਗਾ, ਅਗਰ ਜ਼ਿਆਦਾ ਲੱਗਣਗੇ ਮੈਂ ਕਾਲ ਨਹੀਂ ਕਰਾਂਗਾ। ਮਤਲਬ ਸਿੱਟਾ ਇਹ ਨਿਕਲਦਾ ਹੈ ਕਿ ਅਸੀਂ ਹਾਲਾਤਾਂ ਤੋਂ ਡਰਦੇ ਆਂ, ਅਸੀਂ ਤਿਆਰ ਨਹੀਂ ਹੁੰਦੇ ਮਤਲਬ ਮੈਂਟਲੀ, ਸਾਡਾ ਕੁਝ ਵੀ ਹਿਲ ਜਾਏ, ਸਾਡਾ ਮਾਈਂਡ ਨਹੀਂ ਹਿਲਣਾ ਚਾਹੀਦਾ ਜੀ, ਬਿਲਕੁਲ। ਕੁਝ ਵੀ ਹੋ ਜਾਏ, ਇਹ ਬੜਾ ਪ੍ਰੈਕਟੀਕਲ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਜਿਹੜੀ ਹੈ, ਕਿਉਂਕਿ ਬੈਸਟ ਲਰਨਿੰਗ ਜਿਹੜੀ ਹੁੰਦੀ ਹੈ ਉਹ ਨੈਚੁਰਲ ਲਰਨਿੰਗ ਹੁੰਦੀ ਹੈ। ਜੀ ਜੀ। ਜਿਹੜਾ ਤੁਹਾਡਾ ਟੈਸਟ ਲਾਈਫ 'ਚ ਹੁੰਦਾ ਹੈ, ਅਸੀਂ ਛੋਟੀ ਛੋਟੀ, ਹੁਣ ਤੁਸੀਂ ਦੇਖੋ ਜਦੋਂ ਬਲਬ ਦਾ ਨਿਰਮਾਣ ਹੋਇਆ ਸੀ, ਉਹਨਾਂ ਨੇ ਹਜ਼ਾਰਾਂ ਵਾਰ ਫੇਲਿਅਰ ਦੇਖਿਆ ਹੈ। ਐਡੀਸਨ ਜਿਹਦੀ ਲਾਈਟ 'ਚ ਅੱਜ ਅਸੀਂ ਬੈਠੇ ਹਾਂ, ਉਹਨਾਂ ਨੂੰ ਇੱਕੋ ਹੀ ਸਵਾਲ ਕੀਤਾ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਇੰਨੀ ਹਜ਼ਾਰਾਂ ਵਾਰ ਹਾਰਿਆ ਨਹੀਂ ਸੀ, ਮੈਂ ਇੰਨੇ ਤਰੀਕੇ ਸਿੱਖੇ ਸੀ ਜਿਨ੍ਹਾਂ ਬਲਬ ਨਹੀਂ ਬਣ ਸਕਦਾ। ਮਤਲਬ ਸਕਸੈਸਫੁਲ ਲਾਈਫ ਦੇ ਲਈ ਹਾਰਨਾ ਵੀ ਜ਼ਰੂਰੀ ਹੈ। ਹਾਂਜੀ ਹਾਂਜੀ। ਔਰ ਉਹਨਾਂ ਦੇ ਵਿੱਚ ਉਦੋਂ ਲੋਕ ਤੁਹਾਡੇ ਤੇ ਹੱਸਦੇ ਵੀ ਨੇ, ਬਹੁਤ ਕੁਝ ਕਰਨਗੇ, ਤੁਹਾਡਾ ਮਜ਼ਾਕ ਵੀ ਉਡਾਣਗੇ, ਲੇਕਿਨ ਜਦੋਂ ਤੁਸੀਂ ਉਸ ਸਕਸੈਸਫੁਲ ਤੁਸੀਂ ਹੋ ਜਾਂਦੇ ਹੋ, ਉਦੋਂ ਤੁਹਾਡੀ ਲਾਈਫ ਦੇ ਵਿੱਚ, ਕਿਉਂਕਿ ਜਿਹੜਾ ਸਕਸੈਸਫੁਲ ਪਰਸਨ ਹੈ ਉਹ ਆਪਣੀ ਕਮੀਆਂ ਤੇ ਆਪਣੀਆਂ ਜਿਹੜੀਆਂ ਸਟਰੈਂਥ ਉਹਨੂੰ ਦੇਖਦਾ ਹੈ, ਉਹ ਬਾਹਰ ਨਹੀਂ ਦੇਖਦਾ ਕਿਸੇ ਨੂੰ, ਉਹ ਦੇਖਦਾ ਕਿ ਇਸ ਵਾਰ ਅਟੈਂਪਟ ਫੇਲ ਹੋਈ ਹੈ, ਹੁਣ ਮੈਂ ਆਪਣੇ 'ਚ ਕੀ ਇੰਪਰੂਵ ਕਰਨਾ, ਉਹਨੂੰ ਬਾਹਰ ਮਤਲਬ ਨਹੀਂ ਹੈ ਦੁਨੀਆ ਨਾਲ ਕੀ ਕਹਿ ਰਹੀ ਹੈ, ਕਿਉਂਕਿ ਦੁਨੀਆ ਦਾ ਕੋਈ ਪਰਪਸ ਨਹੀਂ ਹੈ, ਉਹ ਤੈਨੂੰ ਕਦੀ ਉੱਪਰ ਚੜਾ ਦੇਗੀ, ਕਦੀ ਥੱਲੇ ਸਿੱਟ ਦੇਗੀ। ਵਾਹ। ਦੁਨੀਆ ਨੂੰ ਦੇ ਕੋਲ ਰਿਮੋਟ ਨਾ ਦਿਓ ਆਪਣੀ ਲਾਈਫ ਦਾ। ਦੁਨੀਆ ਕਹੇ ਹੱਸੋ, ਤੁਸੀਂ ਹੱਸਦੇ ਹੋ, 10 ਸ਼ਬਦ ਗਲਤ ਕਹਿ ਦੇਣ ਤੁਸੀਂ ਰੋਣਾ ਸ਼ੁਰੂ ਕਰ ਦਿੰਦੇ ਹੋ। ਜਦੋਂ ਤੁਹਾਡਾ ਕੰਟਰੋਲ ਹੀ ਖੁਦ ਹੋਏਗਾ, ਤੁਹਾਡੀ ਪ੍ਰੋਗਰਾਮਿੰਗ ਹੀ ਇੰਨੀ ਅੱਛੀ ਹੈ, ਤੁਸੀਂ ਤੁਹਾਨੂੰ ਕਿਸੇ ਤੋਂ ਨਾ ਖੁਸ਼ੀ ਚਾਹੀਦੀ। ਕੋਈ ਇੱਕ ਹਸਬੈਂਡ ਵਾਈਫ ਵੀ ਹੈ, ਵਾਈਫ ਕਹਿ ਰਹੀ ਹੈ ਹਸਬੈਂਡ ਨੂੰ ਕਿ ਮੈਨੂੰ ਤੁਹਾਡੇ ਤੋਂ ਪਿਆਰ ਚਾਹੀਦਾ ਹੈ, ਖੁਸ਼ੀ ਚਾਹੀਦੀ ਹੈ, ਰਿਸਪੈਕਟ ਚਾਹੀਦੀ ਹੈ, ਉਧਰ ਹਸਬੈਂਡ ਵੀ ਇਦਾਂ ਹੀ ਖੜਾ ਹੈ, ਉਹ ਵੀ ਕਹਿ ਰਿਹਾ ਮੈਨੂੰ ਵੀ ਪਿਆਰ ਚਾਹੀਦਾ। ਦੇਣੇ ਵਾਲਾ ਦੋਨਾਂ ਚੋਂ ਕੋਈ ਨਹੀਂ ਹੈ ਜੀ। ਅੱਜ ਦੇਣੇ ਵਾਲੇ ਲੋਕਾਂ ਦੀ ਜ਼ਰੂਰਤ ਹੈ, ਜਿਹੜੇ ਦੇਣ ਲੋਕਾਂ ਨੂੰ, ਠੀਕ ਹੈ ਨਾ। ਤਾਂ ਜਦੋਂ ਸਾਡੀ ਹੈਬਿਟ ਹੀ ਦੇਣੇ ਵਾਲੀ ਪੈ ਜਾਏਗੀ, ਜਦੋਂ ਤੁਹਾਡੇ 'ਚ ਇਹ ਕੁਆਲਿਟੀ ਆ ਜਾਏ ਕਿ ਲੋਕ ਅਟਰੈਕਟ ਹੋਣਗੇ, ਚਾਹੇ ਉਹ ਬਿਜ਼ਨਸ ਹੈ, ਚਾਹੇ ਉਹ ਜੌਬ ਹੈ, ਚਾਹੇ ਉਹ ਕੋਈ ਰਿਲੇਸ਼ਨਸ਼ਿਪ ਹੈ, ਕਿਉਂਕਿ ਰਿਲੇਸ਼ਨਸ਼ਿਪ ਇਹ ਨਹੀਂ ਹੈ ਮਤਲਬ ਕਿ ਤੁਸੀਂ ਕਿਸੇ ਲਈ ਕੀ ਕਰਦੇ ਹੋ, ਕੀ ਬੋਲਦੇ ਹੋ। ਰਿਲੇਸ਼ਨਸ਼ਿਪ ਦਾ ਮਤਲਬ ਹੈ ਤੁਸੀਂ ਕਿਸੇ ਬਾਰੇ ਕੀ ਸੋਚਦੇ ਹੋ, ਕੀ ਫੀਲ ਕਰਦੇ ਹੋ। ਰਿਲੇਸ਼ਨ ਜਿਹੜਾ ਹੈ ਇੱਕ ਬਿਜ਼ਨਸਮੈਨ ਦਾ ਆਪਣੇ ਜਿਹੜੇ ਲੋਕ ਆਉਂਦੇ ਨੇ ਉਸਦੀ ਦੁਕਾਨ ਦੇ ਉੱਤੇ, ਕਸਟਮਰਸ ਦੇ ਨਾਲ ਵੀ ਹੁੰਦਾ ਹੈ, ਆਪਣੇ EMPLOYEES ਦੇ ਨਾਲ ਵੀ ਹੁੰਦਾ ਹੈ ਨਾ। ਇਹ ਰਿਲੇਸ਼ਨ ਬਿਲਡ ਅਪ ਸਹੀ ਤਰੀਕੇ ਦੇ ਨਾਲ ਰਵੇ, ਉਸ ਦੇ ਲਈ ਤੁਹਾਨੂੰ ਪਿਆਰ ਵੀ ਚਾਹੀਦਾ ਹੈ ਤੇ ਇੱਕ ਵਧੀਆ ਬੋਲ ਬਾਣੀ ਵੀ ਚਾਹੀਦੀ ਹੈ, ਜਿਹਨੂੰ ਆਪਾਂ ਕਮਿਊਨੀਕੇਸ਼ਨ ਸਕਿੱਲਸ ਕਹਿੰਦੇ ਹਾਂ। ਕਮਿਊਨੀਕੇਸ਼ਨ ਜਿਹੜੀ ਸਕਿੱਲ ਹੈ ਉਹ ਤਾਂ ਬਹੁਤ ਇੰਪੋਰਟੈਂਟ ਹੈ। ਜਦੋਂ ਤੁਹਾਨੂੰ ਆਪਣੀ ਗੱਲ ਹੀ ਨਹੀਂ ਰੱਖਣੀ ਆਏਗੀ, ਤੁਹਾਡੇ ਵਿੱਚ ਪ੍ਰੈਜੈਂਟੇਸ਼ਨ ਸਕਿੱਲ ਹੀ ਨਹੀਂ ਹੈ, ਤਾਂ ਤੁਸੀਂ ਲਾਈਫ 'ਚ ਕੁਝ ਨਹੀਂ ਕਰ ਸਕਦੇ ਹੋ, ਠੀਕ ਹੈ ਨਾ। ਕਿਉਂਕਿ ਕੋਈ ਵੀ ਪਰਸਨ ਆਂਦਾ ਹੈ ਤੁਹਾਡੀ ਲਾਈਫ ਦੇ ਵਿੱਚ, ਦੇਖੋ ਰਿਲੇਸ਼ਨਸ਼ਿਪ ਸ਼ਬਦ ਬਹੁਤ ਸੈਂਸਿਟਿਵ ਹੈ, ਹਰ ਮੂਮੈਂਟ ਤੇ ਬਦਲਦਾ ਹੈ, ਹਰ ਰੋਜ਼ ਚੇਂਜ ਹੁੰਦਾ ਹੈ, ਠੀਕ ਹੈ ਨਾ। ਇਹ ਬਹੁਤ ਸੈਂਸਿਟਿਵ ਹੈ, ਇਸ ਕਰਕੇ ਸਾਨੂੰ ਸਿਰਫ ਇਹ ਨਹੀਂ ਡਿਪੈਂਡ ਕਰਨਾ, ਕਿਉਂਕਿ ਜਿਹੜੇ ਸਾਡੇ ਸ਼ਬਦ ਨੇ ਉਹ ਲੇਟ ਪਹੁੰਚਦੇ ਨੇ, ਔਰ ਜਿਹੜੀ ਸਾਡੀ ਸੋਚ ਹੈ ਉਹ ਪਹਿਲਾਂ ਪਹੁੰਚ ਜਾਂਦੀ ਹੈ, ਉਹਦੀ ਸਪੀਡ ਜ਼ਿਆਦਾ ਹੁੰਦੀ ਹੈ। ਇਸ ਲਈ ਆਪਾਂ ਨੂੰ ਕੋਈ ਕਹੇ ਕਿ ਤੁਸੀਂ ਅੱਜ ਬਹੁਤ ਅੱਛੀ ਡਰੈਸ ਪਾਈ ਹੈ, ਲੇਕਿਨ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਉੱਪਰੋਂ ਉੱਪਰੋਂ ਕਹਿ ਰਿਹਾ ਹੈ, ਕਿਉਂਕਿ ਸੋਚ ਸਾਡੀ ਪਹਿਲਾਂ ਪਹੁੰਚ ਜਾਂਦੀ ਹੈ। ਇਸ ਕਰਕੇ ਜੋ ਵੀ ਤੁਸੀਂ ਬੋਲ ਰਹੇ ਹੋ, ਸੋਚ ਰਹੇ ਹੋ, ਕਰ ਰਹੇ ਹੋ, ਉਹਦੇ ਵਿੱਚ ਇੱਕ ਤਰ੍ਹਾਂ ਦੀ ਬਹੁਤ ਅੱਛਾ ਕਨੈਕਸ਼ਨ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਤੁਸੀਂ ਸੋਚ ਹੋ ਰਹੇ ਹੋ, ਬੋਲ ਹੋ ਰਹੇ ਹੋ। ਉਹਦੇ ਨਾਲ ਕੀ ਹੋਏਗਾ, ਤੁਹਾਡੇ ਅੱਜ ਜਿਹੜੇ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਉਹ ਲੌਂਗ ਟਰਮ ਨਹੀਂ ਹੋਏਗਾ। ਉਹ ਪਰਸਨ ਸਮਝ ਜਾਏਗਾ ਕਿ ਇਹ ਪਰਸਨ ਜਿਹੜਾ ਹੈ, ਕਿਉਂਕਿ ਤੁਸੀਂ ਸ਼ਬਦ ਤਾਂ ਬਹੁਤ ਸੁੰਦਰ ਬੋਲੇ ਨੇ, ਕਮਿਊਨੀਕੇਸ਼ਨ ਦੇ ਵਿੱਚ ਜਿਹੜੇ ਸ਼ਬਦ ਨੇ ਉਹ ਬਹੁਤ ਅੱਛੇ ਨੇ, ਲੇਕਿਨ ਤੁਹਾਡੀ ਉਹਦੇ ਪਿੱਛੇ ਜਿਹੜੀ ਸੋਚ ਹੈ ਉਹ ਅੱਛੀ ਨਹੀਂ ਹੈ, ਕਿਉਂਕਿ ਸੋਚ ਹੀ ਜੀਵਨ ਨੂੰ ਚਲਾਉਂਦੀ ਹੈ। ਗੱਲਬਾਤ ਕਰਨ ਦੇ ਲਈ ਹੋਰ ਵੀ ਮੇਰੇ ਕੋਲ ਬਹੁਤ ਸਾਰੇ ਸਵਾਲ ਨੇ, ਕਿਉਂਕਿ ਮੋਟੀਵੇਸ਼ਨ ਦੇ ਉੱਤੇ ਜਦੋਂ ਗੱਲ ਕਰਦੇ ਹਾਂ ਜਾਂ ਫਿਰ ਆਪਣੀ ਐਂਟਰਪ੍ਰੀਨਿਓਰਸ਼ਿਪ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ, ਬਹੁਤ ਵੱਡਾ ਵਿਸ਼ਾ ਹੈ ਹਨਾ। ਪਰ ਟਾਈਮ ਜਿਹੜਾ ਥੋੜਾ ਘਟ ਗਿਆ ਹੈ। ਉਮੀਦ ਕਰਦੇ ਹਾਂ ਕਿ ਇੱਕ ਵਾਰੀ ਤੁਹਾਨੂੰ ਫਿਰ ਤੋਂ ਸਟੂਡੀਓ 'ਚ ਬੁਲਾਉਣੇ ਆ ਆਪਾਂ, ਤੇ ਸਾਡੇ ਦਰਸ਼ਕ ਵੀ ਜ਼ਰੂਰ ਚਾਹਣਗੇ ਤੁਹਾਨੂੰ ਬੁਲਾਈਏ, ਪਰ ਜਾਂਦੇ ਜਾਂਦੇ ਸੰਦੇਸ਼ ਤੁਹਾਡੇ ਤੋਂ ਜ਼ਰੂਰ ਲੈਣਾ ਹੈ। ਹਾਂਜੀ ਹਾਂਜੀ, ਮੇਨ ਤਾਂ ਜਿਹੜਾ ਸੰਦੇਸ਼ ਇਹੀ ਹੈ ਕਿ ਆਪਾਂ ਸਾਰੇ ਜਣੇ ਮਿਲ ਕੇ, ਜਿਹੜਾ ਇਹ ਟਾਈਮ ਚੱਲ ਰਿਹਾ ਹੈ, ਕੋਵਿਡ ਦਾ ਟਾਈਮ ਚੱਲ ਰਿਹਾ ਹੈ, ਇਹਦੇ ਵਿੱਚ ਆਪਾਂ ਸਾਰਿਆਂ ਨੂੰ ਆਪਣੇ ਆਪ ਨੂੰ ਇੰਪਾਵਰ ਕਰਨਾ ਪਏਗਾ, ਸੈਲਫ ਕੇਅਰ ਕਰਨੀ ਪਏਗੀ, ਔਰ ਡਿਪੈਂਡੈਂਸੀ ਖਤਮ ਕਰਨੀ ਪਏਗੀ, ਡਿਸੀਜਨ ਮੇਕਰ ਬਣਨਾ ਪਏਗਾ, ਇੱਕ ਬਹੁਤ ਵੱਡਾ ਵਿਜ਼ਨ ਰੱਖਣਾ ਪਏਗਾ। ਕਿਉਂਕਿ ਇੱਕ ਲਾਈਨ ਕਿਸੇ ਨੇ ਕਹੀ ਸੀ ਕਿ ਜਦ ਤੂੰ ਜੱਗ 'ਚ ਆਇਆ ਸੀ, ਜੱਗ ਹੱਸਿਆ ਤੂੰ ਰੋਇਆ ਸੀ, ਹੁਣ ਕਰਕੇ ਇਦਾਂ ਦਾ ਕੰਮ ਜਾ ਕਿ ਜੱਗ ਰੋਏ ਤੂੰ ਹੱਸਦਾ ਜਾ। ਮਤਲਬ ਕਹਿਣੇ ਦਾ ਮਤਲਬ ਕੀ ਹੈ ਕਿ ਇਦਾਂ ਦਾ ਵਿਜ਼ਨ ਰੱਖ ਕੇ ਜਾਓ ਕਿ ਜਿਹੜੀ ਲਾਈਫ ਹੈ ਉਹਦੇ ਵਿੱਚ ਕੁਝ ਬਹੁਤ ਵੱਡਾ ਕਰਕੇ ਜਾਣਾ ਹੈ, ਤਾਂ ਕਿ ਜਦੋਂ ਤੁਸੀਂ ਦੁਨੀਆ 'ਚੋਂ ਜਾਓ ਤੇ ਲੋਕ ਰੋਣ ਔਰ ਤੁਸੀਂ ਹੱਸਦੇ ਹੋਏ ਜਾਓ।
ਇਦਾਂ ਦਾ ਵਿਜ਼ਨ ਤੁਹਾਡਾ ਹੋਣਾ ਚਾਹੀਦਾ ਹੈ ਜਿਹੜਾ ਦੁਨੀਆ ਦੇ ਵਿੱਚ ਇਨੋਵੇਸ਼ਨ ਹੋਏ ਔਰ ਕ੍ਰੀਏਟੀਵਿਟੀ ਨਾਲ ਤੁਸੀਂ ਅੱਗੇ ਵਧੋ। ਵਾਹ, ਬਹੁਤ ਵਧੀਆ ਲੱਗਾ ਗੱਲਬਾਤ ਕਰਕੇ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਅੱਜ ਚਰਨ ਕਮਲ ਹੋਣੀ ਸਟੂਡੀਓ ਦੇ ਵਿੱਚ ਆਏ ਔਰ ਆਪਾਂ ਗੱਲਬਾਤ ਕੀਤੀ। ਸਾਡਾ YouTube ਚੈਨਲ ਹੈ ਪੰਜਾਬ ਮੇਲ USA TV, ਉਸ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਔਰ ਜੇ ਇਸ ਪ੍ਰੋਗਰਾਮ ਦੇ ਨਾਲ ਰਿਲੇਟਡ ਤੁਹਾਡੀ ਕੋਈ ਸਵਾਲ ਹਨ ਜਾਂ ਗੱਲਬਾਤ ਹੈ, ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ, ਜਾਂ ਕਿਸੇ ਵੀ ਪ੍ਰੋਗਰਾਮ ਦੇ ਨਾਲ ਰਿਲੇਟਡ ਕੋਈ ਵੀ ਗੱਲਬਾਤ ਹੈ ਸਾਡੇ ਨਾਲ ਉੱਥੇ ਕਰ ਸਕਦੇ ਹੋ। ਫਿਲਹਾਲ ਮੈਨੂੰ ਵਰੁਣ ਕੌਰ ਮਾਨ ਨੂੰ ਪ੍ਰੋਗਰਾਮ ਬੈਠਕ ਨੂੰ ਇੱਥੇ ਖਤਮ ਕਰਨ ਦੀ ਦਿਓ ਆਗਿਆ। ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਸਤਿ ਸ਼੍ਰੀ ਅਕਾਲ।